ਹਰ ਰਾਏ ਨਮੋ ਕਰ ਜੋਰੀ। ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ। ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ। ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬਾਹਰ ਲਿਖਾਵਨ ਲੱਗੇ ਮੁਕੰਦ। ਭਰੇ ਪ੍ਰੇਮ ਸੋ ਸ਼ਬਦ ਸੋ ਬ੍ਰਿੰਦ। ਜਬ ਹੈ ਰਾਗ ਕੋ ਭੋਗ ਸੋ ਆਵੈ। ਤਬ ਹੈ ਭਗਤ ਨਿਜ ਸ਼ਬਦ ਲਿਖਾਵੈ। ਬਾਹਰ ਲਿਖਾਵਨ ਲੱਗੇ ਮੁਕੰਦ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਬੈਠੇ ਹੋ। ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਾਰੀਆਂ ਸੰਗਤਾਂ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਪੰਚਮ ਗੁਰਦੇਵ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਲੜੀਵਾਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸਤਿਗੁਰੂ ਜੀ ਇਸ ਸੰਸਾਰ ਉੱਤੇ ਬਹੁਤ ਵੱਡਾ ਉਪਕਾਰ ਕਰ ਰਹੇ ਹਨ ਪਰ ਉਪਕਾਰ ਕਰ ਰਹੇ ਹਨ ਬਖਸ਼ਿਸ਼ਾਂ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਵਾ ਰਹੇ ਹਨ। ਜਿਨ੍ਹਾਂ ਦੀ ਹਜ਼ੂਰੀ ਵਿੱਚ ਆਪਾਂ ਬੈਠੇ ਹਾਂ ਜਿਨ੍ਹਾਂ ਦਾ ਦਿੱਤਾ ਅਸੀਂ ਛਕਦੇ ਹਾਂ ਜਿਨ੍ਹਾਂ ਦਾ ਦਿੱਤਾ ਅਸੀਂ ਪਾਉਂਦੇ ਹਾਂ ਜਿਨ੍ਹਾਂ ਦੇ ਦਿੱਤੇ ਸੁੱਖ ਅਸੀਂ ਮਾਣਦੇ ਹਾਂ। ਐਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਮਹਾਰਾਜ ਲਿਖਵਾ ਰਹੇ ਹਨ। ਤੁਸਾਂ ਸਰਵਣ ਕੀਤਾ ਭਗਤਾਂ ਨੇ ਆ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੇ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਸਾਡੀ ਬਾਣੀ ਵੀ ਮਹਾਰਾਜ ਇਸ ਗ੍ਰੰਥ ਵਿੱਚ ਲਿਖੋ। ਮਹਾਰਾਜ ਸੱਚੇ ਪਾਤਸ਼ਾਹ ਨੇ ਭਗਤਾਂ ਨੂੰ ਆਖਿਆ ਵੀ ਭਾਈ ਭਗਤੋ ਦੱਸੋ ਤੁਸੀਂ ਆਪਣੇ ਬਾਰੇ ਆਪਣੀ ਬਾਣੀ ਲਿਖਾਓ ਸੁਣਾਓ। ਪਹਿਲਾਂ ਭਗਤਾਂ ਨੇ ਬਾਣੀ ਮਹਾਰਾਜ ਨੂੰ ਸੁਣਾਈ ਹੈ। ਮਹਾਰਾਜ ਨੇ ਉਹਨਾਂ ਦੀ ਬਾਣੀ ਨੂੰ ਪ੍ਰਵਾਨ ਕੀਤਾ ਜੀ। ਮਹਾਰਾਜ ਨੇ ਵੇਖਿਆ ਭਗਤ ਨਹੀਂ ਬੋਲ ਰਹੇ
ਭਗਤਾਂ ਦੇ ਅੰਦਰ ਬੈਠਾ ਭਗਤਾਂ ਦਾ ਪਿਆਰਾ ਵਾਹਿਗੁਰੂ ਬੋਲ ਰਿਹਾ ਹੈ ਜੀ। ਇਹ ਭਗਤ ਆਮ ਨਹੀਂ ਸਨ, ਸਧਾਰਨ ਨਹੀਂ ਸਨ ਜੀ। ਚਲੋ ਕਥਾ ਆਪ ਜੀ ਨੇ ਸੁਣੀ ਹੈ ਸਾਰੀ, ਕੇਵਲ ਇੱਕ ਭਗਤ ਦਾ ਮੈਂ ਜ਼ਿਕਰ ਕਰਕੇ ਫਿਰ ਸਾਧ ਸੰਗਤ ਜੀ ਆਪਾਂ ਲੜੀਵਾਰ ਕਥਾ ਵਿੱਚ ਜੁੜਾਂਗੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਸੰਤ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਿਆ, ਜਿਹਦਾ ਮਹਾਰਾਜ ਜੀ ਨੇ ਮੁੱਖ ਭਾਵ ਰੱਖਿਆ, ਸੁਣ ਸਾਖੀ ਮਨ ਜਪ ਪਿਆਰ, ਅਜਾ ਮਲ ਉਦਰਿਆ ਕਹਿ ਏਕ ਬਾਰ, ਬਾਲ ਮੀਕੈ ਹੋਆ ਸਾਧ ਸੰਗ, ਧਰੂ ਕੋ ਮਿਲਿਓ ਹਰ ਨਿਸੰਗ। ਮਹਾਰਾਜ ਕਹਿਣ ਲੱਗੇ, ਭਾਈ ਪਿਆਰਿਆ, ਰੱਬ ਦੇ ਭਗਤਾਂ ਦੀਆਂ ਸਾਖੀਆਂ ਸੁਣ ਸੁਣ ਕੇ ਤੇ ਤੂੰ ਕੀ ਕਰਨਾ ਹੈ? ਤੂੰ ਪਿਆਰ ਨਾਲ ਵਾਹਿਗੁਰੂ ਦਾ ਨਾਮ ਜਪਣਾ ਹੈ। ਅੱਠੇ ਪਹਿਰ ਵਾਹਿਗੁਰੂ ਜੀ ਦਾ ਨਾਮ ਜਪ, ਭਗਤਾਂ ਦੀਆਂ ਸਾਖੀਆਂ ਸੁਣ ਕੇ। ਇਹ ਸੱਚੀ ਸਿੱਖਿਆ ਮਹਾਰਾਜ ਕਹਿਣ ਲੱਗੇ, ਇਹਦੇ ਨਾਲ ਤੇਰਾ ਉਧਾਰ ਹੋਏਗਾ। ਉਸ ਸ਼ਬਦ ਦੀ ਜੇ ਕਥਾ ਕਰਨੀ ਹੋਵੇ, ਮਹੀਨਾ ਕਥਾ ਉਸੇ ਸ਼ਬਦ ਦੀ ਚੱਲਦੀ ਰਹੇਗੀ, ਕਿਉਂਕਿ ਸਾਧ ਸੰਗਤ ਜੀ ਉਹਦੇ ਵਿੱਚ ਮਹਾਰਾਜ ਨੇ ਬੜੇ ਭਗਤਾਂ ਦਾ ਜੀਵਨ ਲਿਖਿਆ ਜੀ। ਕੱਲ ਆਪ ਜੀ ਨੇ 15 ਭਗਤਾਂ ਦੇ ਨਾਮ ਸੁਣੇ ਜੀ। 15 ਭਗਤ ਆਏ ਮਹਾਰਾਜ ਕੋ, ਉਹਨਾਂ ਨੇ ਆਪਣੇ ਨਾਮ ਦੱਸੇ ਆ। ਭਗਤ ਕਬੀਰ ਜੀ, ਫਰੀਦ ਜੀ, ਜੈਦੇਵ ਜੀ, ਤ੍ਰਿਲੋਚਨ ਜੀ, ਬੇਣੀ ਜੀ, ਸੈਣ ਜੀ, ਸਦਨਾ ਜੀ, ਪਰਮਾਨੰਦ ਜੀ, ਰਾਮਾਨੰਦ ਜੀ, ਸੂਰਦਾਸ ਜੀ, ਪੀਪਾ ਜੀ, ਧੰਨਾ ਜੀ। ਸਾਧ ਸੰਗਤ ਜੀ 15 ਨਾਮ ਦੱਸੇ ਜੀ। ਹੁਣ ਇਹਨਾਂ ਸਾਰੇ ਭਗਤਾਂ ਦਾ ਜਿਹੜਾ ਜੀਵਨ ਹੈ ਨਾ, ਉਹ ਸੁਣਨ ਹੀ ਵਾਲਾ ਹੈ ਜੀ। ਜੇ ਅਸੀਂ ਸਦਨਾ ਜੀ ਵਾਲੇ ਪਾਸੇ ਤੁਰ ਪਈਏ, ਸਦਨਾ ਜੀ ਨੂੰ ਕਿਵੇਂ ਗਿਆਨ ਹੋਇਆ, ਕਿਵੇਂ ਉਹ ਰੱਬ ਦੇ ਰੰਗ ਵਿੱਚ ਰੰਗੇ, ਤੇ ਐਸੇ ਰੰਗੇ ਮੁੜ ਉਹਨਾਂ ਸੰਸਾਰ ਨੂੰ ਨਹੀਂ ਵੇਖਿਆ ਜੀ। ਭਗਤ ਬੇਣੀ ਜੀ, ਇਹਨਾਂ ਬਾਰੇ ਤੁਸੀਂ ਆਮ ਪੰਕਤੀ ਸੁਣਦੇ ਰਹਿੰਦੇ ਹੋਵੋਗੇ, ਬੇਣੀ ਪ੍ਰਣਵ ਹੈ, ਇਸ ਤਰ੍ਹਾਂ ਪੰਕਤੀ ਆਉਂਦੀ ਹੈ ਇਹਨਾਂ ਦੀ ਜੀ। ਭਗਤ ਬੇਣੀ ਜੀ ਦੀ ਸਿਫਤ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਕੀਤੀ ਜੀ। ਮਹਾਰਾਜ ਕਹਿੰਦੇ, ਬੇਣੀ ਕੋ ਗੁਰ ਕੀਓ ਪ੍ਰਗਾਸ, ਰੇ ਮਨ ਤੂੰ ਭੀ ਹੋਏ ਦਾਸ। ਧਿਆਨ ਨਾਲ ਸੁਣਿਓ, ਬੇਣੀ ਕੋ ਗੁਰ ਕੀਓ ਪ੍ਰਗਾਸ, ਰੇ ਮਨ ਤੂੰ ਭੀ ਹੋਏ ਦਾਸ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਹਿਣ ਲੱਗੇ, ਬੇਣੀ ਦੇ ਉੱਤੇ ਗੁਰੂ ਨੇ, ਪਰਮੇਸ਼ਰ ਨੇ ਮਿਹਰ ਕੀਤੀ। ਭਗਤ ਬੇਣੀ ਜੀ ਦੇ ਅੰਦਰ ਚਾਨਣ ਕਰ ਦਿੱਤਾ ਜੀ, ਮਿਹਰ ਕਰ ਦਿੱਤੀ, ਬ੍ਰਹਮ ਗਿਆਨ ਦੀ ਦਾਤ ਦਿੱਤੀ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਬੰਦਿਆ ਤੂੰ ਵੀ ਐਸੇ ਵਾਹਿਗੁਰੂ ਦਾ ਦਾਸ ਬਣ। ਭਗਤ ਬੇਣੀ ਜੀ ਦਾ ਜੀਵਨ ਕੈਸਾ ਹੈ ਜੀ? ਭਗਤ ਬੇਣੀ ਜੀ ਦਾ ਬ੍ਰਾਹਮਣ ਪਰਿਵਾਰ ਵਿੱਚ ਜਨਮ ਹੈ ਜੀ। ਪਰ ਉਹ ਇਸ ਕਰਕੇ ਨਹੀਂ ਮਹਾਨ ਕਿ ਉਹਨਾਂ ਦਾ ਜਨਮ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਹੈ। ਭਗਤ ਬੇਣੀ ਜੀ ਇਸ ਕਰਕੇ ਮਹਾਨ ਨੇ ਕਿਉਂਕਿ ਉਹਨਾਂ ਨੇ ਰੱਬ ਦੀ ਭਗਤੀ ਕੀਤੀ ਹੈ ਜੀ। ਬ੍ਰਾਹਮਣਾਂ ਦੇ ਗ੍ਰੰਥਾਂ ਵਿੱਚ ਖੁਦ ਇਹ ਗੱਲ ਉਹਨਾਂ ਨੇ ਲਿਖੀ ਹੈ ਕਿ ਜੇ ਕੋਈ ਬ੍ਰਾਹਮਣ ਹੋ ਕੇ ਮਾੜੇ ਕੰਮ ਕਰਦਾ ਤੇ ਉਹ ਬ੍ਰਾਹਮਣ ਨਹੀਂ ਹੈਗਾ, ਤੇ ਜਾਤ ਨੀਵੀਂ ਹੈ, ਸ਼ੂਦਰ ਹੈ। ਪਰ ਜੇ ਉਹ ਨਾਮ ਜਪਦਾ ਹੈ ਨਾ, ਉਹ ਬ੍ਰਾਹਮਣ ਹੈਗਾ ਕਹਿਣ ਲੱਗੇ। ਖੈਰ, ਇਹਨਾਂ ਦਾ ਜਨਮ ਬ੍ਰਾਹਮਣ ਪਰਿਵਾਰ ਵਿੱਚ ਹੋਇਆ, ਭਗਤ ਬੇਣੀ ਜੀ ਦਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਬੇਣੀ ਜੀ ਦਾ ਜਨਮ ਹੋਇਆ ਬ੍ਰਾਹਮਣ ਪਰਿਵਾਰ ਵਿੱਚ ਸਨ, ਵਿਦਿਆ ਪੜ੍ਹੇ ਜੀ ਭਗਤ ਬੇਣੀ ਜੀ। ਭਗਤ ਬੇਣੀ ਜੀ ਖੂਬ ਵਿਦਿਆ ਪੜ੍ਹੇ ਜੀ। ਵਿਦਿਆ ਪੜ੍ਹ ਕੇ ਕਥਾ ਵਾਰਤਾ ਕਰਨੀ ਆ ਗਈ, ਗ੍ਰੰਥ ਪੜ੍ਹਨੇ ਆ ਗਏ ਜੀ। ਹੁਣ ਬ੍ਰਾਹਮਣ ਸ਼੍ਰੇਣੀ ਉਪਦੇਸ਼ ਦਿੰਦੀ ਸੀ, ਗ੍ਰੰਥ ਪੜ੍ਹ ਪੜ੍ਹ ਕੇ ਲੋਕਾਂ ਨੂੰ ਦੱਸਦੀ ਸੀ। ਭਗਤ ਬੇਣੀ ਜੀ ਇੱਕ ਦਿਨ ਆਪਣੇ ਉਸਤਾਦ ਨੂੰ ਪੁੱਛਦੇ, ਵੀ ਆਪਣੇ ਉਸਤਾਦ ਨੂੰ ਕਹਿਣ ਲੱਗੇ ਕਿ ਮਹਾਤਮਾ ਜੀ, ਮੈਨੂੰ ਉਹ ਉਪਦੇਸ਼ ਦਿਓ ਜਿਹੜਾ ਸਭ ਤੋਂ ਜ਼ਿਆਦਾ ਲਾਹੇਵੰਦ ਹੈਗਾ। ਕਹਿਣ ਲੱਗੇ, ਗ੍ਰੰਥ ਮੈਂ ਬੜੇ ਬੜੇ ਕਹਿਣ ਲੱਗੇ। ਤੇ ਭਗਤ ਬੇਣੀ ਦੇ ਉਸਤਾਦ ਨੇ ਉਹਨਾਂ ਨੂੰ ਆਖਿਆ, ਬੇਣੀ, ਸਭ ਤੋਂ ਵਧੀਆ ਉਪਦੇਸ਼ ਤੇ ਇਹੋ ਹੀ ਹੈ, ਪਰਮੇਸ਼ਰ ਦਾ ਨਾਮ ਜਪਣਾ, ਹਰੀ ਦਾ ਨਾਮ ਜਪਣਾ, ਵਾਹਿਗੁਰੂ ਦਾ ਨਾਮ ਜਪਣਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ।
ਭਗਤ ਬੇਣੀ ਜੀ ਦੇ ਮਨ ਤੇ ਗੱਲ ਲੱਗ ਗਈ। ਕਈ ਵਾਰੀ ਜ਼ਿੰਦਗੀ 'ਚ ਸਮਾਂ ਇਹੋ ਜਿਹਾ ਹੁੰਦਾ, ਉਦੋਂ ਸੁਣੀ ਹੋਈ ਗੱਲ ਬੰਦੇ ਤੇ ਅਸਰ ਕਰ ਜਾਂਦੀ ਹੈ ਜੀ। ਭਗਤ ਬੇਣੀ ਜੀ ਨਾਮ ਜਪਣ ਲੱਗ ਪਏ ਜੀ। ਹੁਣ ਵਿਆਹੇ ਸਨ, ਪਰਿਵਾਰ ਸੀਗਾ ਬੇਣੀ ਜੀ ਦਾ ਜੀ। ਭਗਤ ਬੇਣੀ ਜੀ ਰੋਜ਼ ਜਾਣਾ, ਇਕਾਂਤ 'ਚ ਬਹਿ ਕੇ ਨਾਮ ਜਪਣਾ, ਤੇ ਘਰ ਵਿੱਚ ਅੰਨ ਨਹੀਂ ਹੈਗਾ ਛਕਣ ਵਾਸਤੇ। ਘਰ ਵਾਲੀ ਨੇ ਕਹਿਣਾ ਵੀ ਅੱਜ ਕੱਲ੍ਹ ਕੀ ਕਰਦੇ ਹੋ। ਭਗਤ ਬੇਣੀ ਜੀ ਨੇ ਫਿਰ ਇਹ ਤੇ ਨਾ ਦੱਸਿਆ ਵੀ ਮੈਂ ਨਾਮ ਜਪਦਾ ਜਾ ਕੇ। ਕਹਿਣ ਲੱਗੇ ਮੈਂ ਕਥਾ ਕਰਦਾ ਜਾ ਕੇ, ਰਾਜੇ ਦੀ ਕਥਾ ਕਰਦਾ। ਤੇ ਰਾਜਾ ਕਹਿੰਦਾ ਸੀ ਕੋਈ ਨਹੀਂ, ਅੰਨ ਪਦਾਰਥ ਦਿਆਂਗੇ। ਹੁਣ ਕਈ ਇਹ ਸਮਝ ਲੈਣਗੇ ਵੀ ਬੇਣੀ ਜੀ ਨੇ ਝੂਠ ਬੋਲਿਆ, ਵੀ ਬਾਣੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਤੇ ਉਹ ਝੂਠ ਬੋਲਦੇ ਆ। ਗੱਲ ਇੱਥੇ ਇਹ ਨਹੀਂ ਹੈਗੀ ਜੀ। ਨਾਮ ਜਪਣ ਵਾਸਤੇ ਜੇ ਕੋਈ ਬੰਦਾ ਮੁੱਖੋਂ ਅੱਖਰ ਬਦਲ ਦਿੰਦਾ ਹੈ ਤਾਂ ਉਹ ਸੱਚ ਤੋਂ ਵੀ ਉੱਤੇ ਹੈਗਾ ਹੈ ਜੀ। ਭਗਤ ਬੇਣੀ ਜੀ ਨੇ ਸਮਝ ਲਿਆ ਵੀ ਇਹਨਾਂ ਕੰਮਾਂ 'ਚ ਫਾਇਦਾ ਨਹੀਂ ਹੈਗਾ ਜਿਹੜੇ ਮੈਂ ਕਰ ਰਿਹਾ, ਅਸਲ ਫਾਇਦਾ ਨਾਮ ਜਪਣ 'ਚ ਹੀ ਹੈਗਾ ਹੈ ਜੀ। ਰੋਜ਼ ਜਾਣਾ, ਲੁੱਕ ਛਿਪ ਕੇ ਸਾਰੀ ਦਿਹਾੜੀ ਬੈਠ ਕੇ ਨਾਮ ਜਪਣਾ, ਤੇ ਭਗਤ ਬੇਣੀ ਜੀ ਨੇ ਸ਼ਾਮਾਂ ਨੂੰ ਘਰ ਆ ਜਾਣਾ ਜੀ। ਘਰ ਵਾਲੀ ਨੇ ਨਾਰਾਜ਼ ਹੋਣਾ ਵੀ ਕਿਹੋ ਜਿਹਾ ਰਾਜਾ। ਭਗਤ ਬੇਣੀ ਜੀ ਕਹਿੰਦੇ ਕੋਈ ਨਹੀਂ, ਦੇ ਦੇਗਾ। ਥੋੜੇ ਦਿਨ ਲੰਘੇ, ਘਰ ਵਾਲੀ ਹੋਰ ਨਾਰਾਜ਼ ਹੋ ਗਈ, ਕਹਿਣ ਲੱਗੀ ਹੱਦ ਹੋ ਗਈ, ਇੰਨੀ ਵੀ ਕਾਹਦੀ। ਕਹਿਣ ਲੱਗੇ ਰਾਜਾ ਕਥਾ ਕਿਹੋ ਜਿਹੀ ਸੁਣਦਾ ਹੈ, ਉਹਨੂੰ ਦਾਨ ਪੁੰਨ ਦਾ ਉਪਦੇਸ਼ ਦਿਆ ਕਰੋ, ਕੋਈ ਮਾਇਆ ਹੀ ਨਹੀਂ ਦੇਣ ਦਿਆ, ਕੋਈ ਅੰਨ ਦੇਵੇ ਸਾਨੂੰ। ਭਗਤ ਬੇਣੀ ਜੀ ਕਹਿਣ ਲੱਗੇ ਤੂੰ ਚਿੰਤਾ ਨਾ ਕਰ, ਮੇਰਾ ਜਿਹੜਾ ਰਾਜਾ ਹੈ ਨਾ ਉਹ ਬੜਾ ਵੱਡਾ ਹੈਗਾ। ਕਹਿਣ ਲੱਗੇ, ਕਹਿੰਦੇ ਅੱਜ ਆ ਜਾਏਗਾ। ਉਦਣ ਵੀ ਨਾ ਆਇਆ ਰਾਜਾ ਜੀ। ਘਰ ਵਾਲੀ ਭਗਤ ਜੀ ਤੋਂ ਖਿਜਣ ਲੱਗ ਪਈ। ਭਗਤ ਜੀ ਨੇ ਆਪਣਾ ਕੰਮ ਨਹੀਂ ਛੱਡਿਆ, ਭਗਤ ਜੀ ਭਗਤੀ ਕਰਦੇ ਰਹੇ ਜੀ। ਇਕਾਂਤ 'ਚ ਬੈਠ ਜਾਣਾ, ਵਾਹਿਗੁਰੂ ਦੇ ਗੁਣ ਗਾਉਣੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਬਸ ਫਿਰ ਕੀ ਸੀਗਾ ਜੀ। ਖੰਡਾਂ ਬਰਪੰਡਾਂ ਦਾ ਮਾਲਕ ਆਪ ਰੱਬ, ਆਪ ਪਰਮੇਸ਼ਰ ਇੱਕ ਦਿਨ ਫਿਰ ਰਾਜੇ ਦਾ ਰੂਪ ਧਾਰਨ ਕਰਕੇ ਬੇਣੀ ਜੀ ਦੇ ਘਰ ਪਹੁੰਚ ਗਿਆ ਜੀ। ਸ੍ਰੀ ਪਰਮੇਸ਼ਰ ਜੀ ਆਪ ਆਏ ਜੀ, ਤੇ ਬਹੁਤ ਗੱਡੇ ਨਾਲ ਨੇ, ਤੇ ਅੰਨ ਦੇ ਨਾਲ ਲੱਦੇ ਪਏ ਨੇ ਸਾਰੇ ਗੱਡੇ ਜੀ। ਤੇ ਉਹ ਬੇਣੀ ਜੀ ਦੀ ਘਰ ਵਾਲੀ ਨੂੰ ਪਤਾ ਕੀ ਕਹਿਣ ਲੱਗੇ। ਕਹਿਣ ਲੱਗੇ ਤੇਰਾ ਪਤੀ ਬਹੁਤ ਸੋਹਣੀ ਕਥਾ ਕਰਦਾ, ਇਹ ਨਾ ਇੱਕ ਦਿਨ ਦੀ ਕਥਾ ਦਾ ਅੰਨ ਹੈ। ਅਨੇਕਾਂ ਗੱਡੇ ਭਰੇ ਜੀ ਨਾਲ ਜੀ ਅੰਨ ਦੇ। ਕਹਿਣ ਲੱਗੇ ਇਹ ਇੱਕ ਦਿਨ ਦੀ ਕਥਾ ਦਾ ਹੈਗਾ ਅੰਨ, ਤੇ ਤੂੰ ਇਹ ਛਕ ਲੈ, ਤੇ ਫਿਰ ਜਦੋਂ ਇਹ ਮੁੱਕ ਜਾਏਗਾ ਅਗਲੇ ਦਿਨ ਦੀ ਕਥਾ ਦਾ ਵੀ ਅੰਨ ਦੇ ਜਾਵਾਂਗੇ। ਉਹ ਘਰ ਵਾਲੀ ਤੇ ਖੁਸ਼ ਹੋ ਗਈ ਜੀ। ਤੇ ਭਗਤ ਬੇਣੀ ਜੀ ਜਦੋਂ ਵਾਪਸ ਆਏ, ਘਰ ਵਾਲੀ ਬੜੀ ਖੁਸ਼ ਮਿਲੀ ਜੀ ਉਹਨਾਂ ਨੂੰ। ਬੇਣੀ ਜੀ ਨੇ ਪੁੱਛਿਆ ਵੀ ਕੀ ਗੱਲ ਅੱਜ ਖੁਸ਼ ਹੈ। ਕਹਿਣ ਲੱਗੀ ਅੱਜ ਰਾਜਾ ਆਇਆ ਸੀਗਾ। ਓਨੇ ਚਿਰ ਨੂੰ ਉਸੇ ਦਿਨ ਜੀ, ਉਸੇ ਦਿਨ ਪਰਮੇਸ਼ਰ ਜੀ ਨੇ ਭਗਤ ਬੇਣੀ ਜੀ ਦੀ ਭਗਤੀ ਸਫਲੀ ਕੀਤੀ। ਭਗਤ ਬੇਣੀ ਜੀ ਨੂੰ ਬ੍ਰਹਮ ਗਿਆਨ ਦੀ ਦਾਤ ਉਸੇ ਦਿਨ ਹੀ ਦਿੱਤੀ ਰੱਬ ਨੇ ਜੀ। ਬੇਣੀ ਜੀ ਨੂੰ ਪਤਾ ਲੱਗ ਗਿਆ ਜੀ ਸਾਰੀ ਗੱਲ ਦਾ, ਵੀ ਰਾਜਾ ਕੋਈ ਹੋਊਗਾ ਤੇ ਆਏਗਾ, ਮੈਂ ਤਾਂ ਕਿਸੇ ਰਾਜੇ ਕੋਲ ਜਾਂਦਾ ਹੀ ਨਹੀਂ। ਤੇ ਭਗਤ ਬੇਣੀ ਜੀ ਫਿਰ ਨਾ ਆਪਣੀ ਘਰ ਵਾਲੀ ਨੂੰ ਕਹਿਣ ਲੱਗੇ ਤੂੰ ਬੜੀ ਭਾਗਾਂ ਵਾਲੀ ਹੈ, ਜਿਸ ਰੱਬ ਸ੍ਰੀ ਪਰਮੇਸ਼ਰ ਦੇ ਦਰਸ਼ਨ ਕਰਨ ਲਈ ਵੱਡੇ ਵੱਡੇ ਲੋਕ ਜਪ ਤਪ ਕਰਦੇ ਫਿਰਦੇ ਐ, ਉਸ ਰੱਬ ਸ੍ਰੀ ਪਰਮੇਸ਼ਰ ਦੇ ਤੂੰ ਸੁਤੇ ਸਿੱਧੀ ਦਰਸ਼ਨ ਕਰ ਲਏ। ਭਾਵੇਂ ਤੂੰ ਰਾਜੇ ਦੇ ਰੂਪ 'ਚ ਦਰਸ਼ਨ ਕੀਤੇ ਹੈ ਤਾਂ ਵਾਹਿਗੁਰੂ ਸੀ ਨਾ। ਕਹਿਣ ਲੱਗੇ ਇਸ ਕਰਕੇ ਕਿਉਂਕਿ ਤੁਸੀਂ ਪ੍ਰਸੰਗ ਸੁਣ ਰਹੇ ਹੋ, ਭਗਤਾਂ ਦੇ ਨਾਮ ਆ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਦੇ, ਕਹਿੰਦੇ ਬੇਣੀ ਕੋ ਗੁਰ ਕੀਓ ਪ੍ਰਗਾਸ, ਰੇ ਮਨ ਤੂੰ ਭੀ ਹੋਹੇ ਦਾਸ। ਗੱਜ ਕੇ ਆਖੋ ਵਾਹਿਗੁਰੂ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਪਿਆਰਿਓ, ਰੱਬ ਨੇ ਮਿਹਰ ਕਰਕੇ, ਗੁਰੂ ਨੇ ਮਿਹਰ ਕਰਕੇ ਜਿਵੇਂ ਬੇਣੀ ਦੇ ਅੰਦਰ ਚਾਨਣਾ ਕਰ ਦਿੱਤਾ ਜੀ।
ਭਗਤ ਬੇਣੀ ਜੀ ਦੇ ਅੰਦਰ। ਉਹਨਾਂ ਅੰਦਰ ਚਾਨਣ ਕਰ ਦਿੱਤਾ, ਮਿਹਰ ਟਿਕਾ ਦਿੱਤੀ, ਬਖਸ਼ਿਸ਼ ਟਿਕਾ ਦਿੱਤੀ। ਐਸੇ ਵਾਹਿਗੁਰੂ ਦਾ ਤੂੰ ਵੀ ਦਾਸ ਬਣ, ਤੈਨੂੰ ਘਾਟਾ ਨਹੀਂ ਰਹੇਗਾ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਉਹ ਆਪਣੇ ਭਗਤਾਂ ਦੇ ਕੰਮ ਸਵਾਰਦਾ ਹੈ। ਇਹ ਜਿਹੜੇ ਭਗਤ ਮਹਾਰਾਜ ਦੇ ਕੋਲ ਆਏ ਨੇ ਸਾਧ ਸੰਗਤ ਜੀ, ਇਹ ਆਮ ਸਧਾਰਨ ਪੁਰਸ਼ ਨਹੀਂ ਹੈਗੇ। ਇਹਨਾਂ ਦੀਆਂ ਜ਼ਿੰਦਗੀਆਂ ਲੰਘੀਆਂ ਨੇ ਨਾਮ ਜਪਦਿਆਂ। ਇੱਕ ਨਹੀਂ, ਜਨਮਾਂ ਜਨਮਾਂ ਦੀ ਇਹਨਾਂ ਦੀ ਬੰਦਗੀ ਹੈ ਔਰ ਇਹਨਾਂ ਨੂੰ ਪ੍ਰਾਪਤੀ ਹੋਈ ਹੈ ਜੀ। ਇਹਨਾਂ ਨੂੰ ਰੱਬ ਮਿਲਿਆ ਹੈ ਜੀ। ਸਵੇਰੇ ਆ ਕੇ ਉਹਨਾਂ ਬਾਣੀ ਉਚਾਰ ਜਾਣੀ, ਮਹਾਰਾਜ ਨੇ ਸੁਣ ਕੇ ਸਾਰੀ ਦਿਹਾੜੀ ਲਿਖਾਉਂਦੇ ਰਹਿਣਾ। ਭਾਈ ਗੁਰਦਾਸ ਜੀ ਦੇ ਮਨ 'ਚ ਸ਼ੰਕਾ ਹੋ ਗਈ ਵੀ ਮਹਾਰਾਜ ਕਿਵੇਂ ਲਿਖਦੇ ਆ ਬਾਣੀ, ਉਚਾਰਦੇ ਆ। ਮਹਾਰਾਜ ਨੂੰ ਬੇਨਤੀ ਕੀਤੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਗੁਰਦਾਸ ਹਰ ਰੋਜ਼ ਜਿਸ ਸਮੇਂ ਆਉਂਦੇ ਹੋ 2 ਘੜੀਆਂ ਪਹਿਲਾਂ ਆ ਜਿਓ। 2 ਘੜੀਆਂ ਪਹਿਲਾਂ ਭਾਈ ਗੁਰਦਾਸ ਜੀ ਅਗਲੇ ਦਿਨ ਆਏ। ਕੀ ਵੇਖਦੇ ਆ, ਬਹੁਤ ਸਾਰੇ ਰੱਬ ਦੇ ਭਗਤ ਮਹਾਰਾਜ ਦੇ ਆਲੇ ਦੁਆਲੇ ਬੈਠੇ ਬਾਣੀ ਸੁਣਾ ਰਹੇ ਨੇ ਜੀ। ਕੱਲ ਤੁਸੀਂ ਕਥਾ 'ਚ ਸੁਣ ਲਿਆ, ਭਾਈ ਗੁਰਦਾਸ ਜੀ ਬਾਹਰ ਖਲੋਤੇ ਰਹੇ ਜੀ। ਬਾਹਰ ਖਲੋਤੇ ਰਹੇ, ਇਸ ਕਰਕੇ ਬਾਹਰ ਖਲੋਤੇ ਰਹੇ ਆ ਕਿ ਮੈਂ ਅੰਦਰ ਕਿਵੇਂ ਜਾਵਾਂ, ਬੜੇ ਬੜੇ ਵੱਡੇ ਬੈਠੇ ਨੇ। ਜਾਣ ਲੱਗਿਆਂ ਜਦੋਂ ਭਗਤ ਨਿਕਲ ਕੇ ਤੁਰੇ, ਦਰਸ਼ਨ ਹੋਏ। ਭਾਈ ਗੁਰਦਾਸ ਜੀ ਨੇ ਮਹਾਰਾਜ ਜੀ ਦੇ ਚਰਨਾਂ 'ਚ ਸਿਰ ਰੱਖਿਆ। ਬਾਅਦ ਵਿੱਚ ਕਹਿੰਦੇ, ਮਹਾਰਾਜ ਮੇਰੇ ਕੋ ਭੁੱਲ ਹੋ ਗਈ, ਮੈਂ ਸ਼ੰਕਾ ਕਰ ਬੈਠਾ ਜੀ। ਸ਼ੰਕਾ ਬੜੀ ਮਾੜੀ ਚੀਜ਼ ਹੈ। ਗੱਜ ਕੇ ਆਖੋ, ਗੱਜ ਕੇ ਵਾਹਿਗੁਰੂ। ਇਹ ਕਿਸੇ ਦੇ ਮਨ ਵਿੱਚ ਵੀ ਆ ਜਾਂਦਾ ਜੀ। ਹਾਂਜੀ, ਇਹਦਾ ਪਤਾ ਥੋੜ੍ਹੀ ਹੈਗਾ ਜੀ। ਸ਼ੰਕਾ, ਸ਼ੱਕ ਕਿਹੜੇ ਵੇਲੇ ਬੰਦੇ ਦੇ ਮਨ 'ਚ ਪੈਦਾ ਹੋ ਜਾਣਾ ਜੀ। ਹਾਂਜੀ, ਸ਼ੰਕਾ ਬਹੁਤ ਮਾੜੀ ਚੀਜ਼ ਹੈਗੀ ਹੈ ਜੀ, ਬਹੁਤ ਜ਼ਿਆਦਾ ਮਾੜੀ ਚੀਜ਼ ਹੈਗੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਇਹਦੇ ਤੋਂ ਬਚਾ ਕੇ ਰੱਖਣ ਜੀ। ਸੋ ਮਹਾਰਾਜ ਕਹਿਣ ਲੱਗੇ, ਕੋਈ ਨਹੀਂ ਭਾਈ ਗੁਰਦਾਸ ਜੀ, ਤੁਹਾਡੀ ਸ਼ਰਧਾ ਵੱਜ ਗਈ, ਠੀਕ ਹੈ। ਭਾਈ ਗੁਰਦਾਸ ਜੀ ਮੰਗ ਲਓ। ਭਾਈ ਗੁਰਦਾਸ ਜੀ ਕਹਿੰਦੇ, ਮਹਾਰਾਜ ਰੋਜ਼ ਭਗਤ ਆਇਆ ਕਰਨ, ਮੈਂ ਵੀ ਲਾਗੇ ਬਹਿ ਕੇ ਦਰਸ਼ਨ ਕਰਿਆ ਕਰਨੇ ਆ। ਮਹਾਰਾਜ ਕਹਿਣ ਲੱਗੇ, ਠੀਕ ਹੈ। ਹੁਣ ਇਹਦੇ ਤੋਂ ਅੱਗੇ ਕਥਾ ਪ੍ਰਸੰਗ ਜਿਹੜਾ ਹੈ ਉਹ ਆਪਾਂ ਨੇ ਪ੍ਰੇਮ ਦੇ ਨਾਲ ਸਰਵਣ ਕਰਨਾ। ਕੋਈ ਰਸਨਾ ਬਾਂਝੀ ਨਾ ਰਹੇ। ਰੱਬ ਦੇ ਬੜੇ ਬੜੇ ਭਗਤ ਮਹਾਰਾਜ ਜੀ ਦੇ ਹਜ਼ੂਰ ਆ ਕੇ ਆਪਣੀ ਬਾਣੀ ਲਿਖਾ ਰਹੇ ਨੇ, ਜਿਨ੍ਹਾਂ ਨੂੰ ਕੁਝ ਮਿਲਿਆ ਹੈ। ਹਾਂਜੀ, ਕੱਚੇ ਪਿੱਲਿਆਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ। ਜਿਨ੍ਹਾਂ ਦੀ ਪ੍ਰਾਪਤੀ ਹੁੰਦੀ ਨਾ, ਜਿਨ੍ਹਾਂ ਕੋਲ ਕੁਛ, ਉਹਨਾਂ ਦੀਆਂ ਗੱਲਾਂ ਦਾ ਅਸਰ ਹੁੰਦਾ ਹੈ ਜੀ। ਆਓ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਬਾਹਰ ਲਿਖਾਵਨ ਲੱਗੇ ਮੁਕੰਦ। ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਠੀਕ ਹੈ, ਕੋਈ ਗੱਲ ਨਹੀਂ, ਤੁਹਾਨੂੰ ਭਗਤਾਂ ਦੇ ਦਰਸ਼ਨ ਹੋਇਆ ਕਰਨਗੇ। ਮਹਾਰਾਜ ਕਹਿੰਦੇ, ਆਓ ਹੁਣ ਬਾਣੀ ਲਿਖੋ। ਕਹਿਣ ਲੱਗੇ। ਫਿਰ ਭਾਈ ਗੁਰਦਾਸ ਜੀ ਨੂੰ ਮਹਾਰਾਜ ਬਾਣੀ ਲਿਖਾਉਣ ਲੱਗੇ ਆ ਰਾਮਸਰ ਜੀ ਦੀ ਧਰਤੀ ਤੇ। ਹਾਂਜੀ, ਭਰੇ ਪ੍ਰੇਮ ਸੋ ਸ਼ਬਦ ਸੋ ਬ੍ਰਿੰਦ। ਮਹਾਰਾਜ ਐਸੇ ਸ਼ਬਦ ਉਚਾਰ ਰਹੇ ਨੇ ਜਿਨ੍ਹਾਂ ਵਿੱਚ ਬੜਾ ਹੀ ਪ੍ਰੇਮ ਭਰਿਆ ਹੋਇਆ ਜੀ। ਬੜਾ ਹੀ ਪ੍ਰੇਮ ਭਰਿਆ। ਹੁਣੇ ਤੁਸੀਂ ਪੰਕਤੀ ਸੁਣੀ ਹੈ, ਬੇਣੀ ਕੋ ਗੁਰ ਕੀਓ ਪ੍ਰਗਾਸ, ਰੇ ਮਨ ਤੂੰ ਪੀ ਹੋਹੇ ਦਾਸ। ਐਸੇ ਸ਼ਬਦ ਮਹਾਰਾਜ ਉਚਾਰ ਰਹੇ ਹਨ ਜਿਨ੍ਹਾਂ ਸ਼ਬਦਾਂ ਦੇ ਵਿੱਚ ਵਾਹਿਗੁਰੂ ਜੀ ਦੇ ਨਾਲ ਬੜਾ ਹੀ ਪ੍ਰੇਮ ਭਰਿਆ ਹੋਇਆ ਜੀ। ਹਾਂਜੀ, ਜਬ ਹੈ ਰਾਗ ਕੋ ਭੋਗ ਸੋ ਆਵੈ। ਸੋ ਜਦੋਂ ਕਿਸੇ ਰਾਗ ਦਾ ਭੋਗ ਪੈਣ ਲੱਗਦਾ, 31 ਰਾਗ ਨੇ ਉਸ ਸਮੇਂ 30 ਸਨ ਗੁਰੂ ਅਰਜਨ ਸਾਹਿਬ ਨੇ ਲਿਖਾਏ। ਇੱਕ ਰਾਗ ਜੈਜਾਵੰਤੀ ਗੁਰੂ ਤੇਗ ਬਹਾਦਰ ਜੀ ਦਾ ਬਾਅਦ ਵਿੱਚ ਰਲਿਆ ਜੀ। ਜਦੋਂ ਕਿਸੇ ਰਾਗ ਦਾ ਭੋਗ ਪੈਣਾ, ਗੁਰੂ ਸਾਹਿਬਾਂ ਦੀ ਬਾਣੀ ਲਿਖੀ ਜਾਣੀ। ਹਾਂਜੀ, ਤਬ ਹੈ ਭਗਤ ਨਿਜ ਸ਼ਬਦ ਲਿਖਾਵੇਂ। ਫਿਰ ਭਗਤਾਂ ਦੀ ਬਾਣੀ ਮਹਾਰਾਜ ਉਚਾਰਦੇ ਜੀ। ਭਗਤ ਆਉਂਦੇ, ਆਪਣੀ ਬਾਣੀ ਮਹਾਰਾਜ ਜੀ ਨੂੰ ਆਪ ਲਿਖਾਉਂਦੇ, ਸੱਚੇ ਪਾਤਸ਼ਾਹ ਜੀ ਨੂੰ ਆ ਕੇ ਦੱਸਦੇ। ਦਾਸ ਸਿੱਖ ਕੋ ਅਪਰ ਨਾ ਜਾਏ। ਉਸ ਤੰਬੂ ਦੇ ਵਿੱਚ ਜਿਸ ਵਿੱਚ ਬਾਣੀ ਲਿਖੀ ਜਾ ਰਹੀ ਹੈ ਨਾ, ਉੱਥੇ ਕੋਈ ਸਿੱਖ ਨਹੀਂ ਜਾ ਸਕਦਾ ਜੀ। ਹਾਂਜੀ, ਗੁਰ ਗੁਰਦਾਸ ਭਗਤ ਸਮੁਦਾਏ। 3 ਹਸਤੀਆਂ ਨੇ ਜੀ। ਇੱਕ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਾਲਕ ਆਪ ਹਨ ਜੀ। ਦੂਸਰੇ ਲਿਖਣ ਵਾਲੇ ਭਾਈ ਗੁਰਦਾਸ ਜੀ ਨੇ, ਤੇ ਫਿਰ ਤੀਜੇ ਨੰਬਰ ਤੇ ਭਗਤ ਸਾਹਿਬਾਨ ਹਨ ਜੀ।
ਹੋਰ ਕੋਈ ਨਹੀਂ ਜਾ ਸਕਦਾ ਤੰਬੂ ਅੰਦਰ ਜੀ, ਹੁਕਮ ਹੀ ਨਹੀਂ ਸੀ ਹੈਗਾ ਜੀ। ਹਾਂਜੀ ਜਿਸ ਭਵ ਜਲ ਮੈਂ ਜੀਵ ਦੁਹੇਲੇ ਹਾਂਜੀ। ਕਰਹਿ ਹੈ ਤਿਨਹੁ ਹਿਤ ਰਤਨ ਸੁਹੇਲੇ। ਹਜੂਰ ਗਰੀਬ ਨਵਾਜ ਜੀਵਾਂ ਨੂੰ ਭਵਜਲ ਦੇ ਵਿੱਚੋਂ ਤਰਨ ਵਾਸਤੇ ਸੌਖਾ ਰਸਤਾ ਬਣਾ ਰਹੇ ਨੇ, ਬਾਣੀ ਉਚਾਰ ਰਹੇ ਹਨ। ਕੋਈ ਵੀ ਉਸ ਬਾਣੀ ਨੂੰ ਪੜ੍ਹ ਕੇ ਸੰਗਤ ਦੀ ਸਿੱਖ ਮਤ ਲੈ ਸਕਦਾ ਹੈ। ਹੁਣ ਵੇਖੋ ਨਾ ਜੀ, ਬਾਣੀ ਤੇ ਪਹਿਲਾਂ ਵੀ ਸੀਗੀ ਜੀ, ਬੜੇ ਬੜੇ ਮੰਤਰ ਉਚਾਰੇ, ਪਰ ਉਹ ਸਮਝ ਨਹੀਂ ਸੀ ਆਉਂਦੇ ਜੀ ਕਿਸੇ ਨੂੰ। ਆਮ ਇੱਕ ਗਾਇਤਰੀ ਮੰਤਰ ਪ੍ਰਚਲਿਤ ਹੈ ਜੀ, ਹਾਂਜੀ, ਉਹ ਮੈਂ ਬੋਲਦਿਆਂ ਹੁਣੇ ਤੁਹਾਨੂੰ ਸਮਝ ਨਹੀਂ ਆਉਣੀ ਵੀ ਕੀ ਆਖਿਆ ਜੀ। ਉਹਦੇ ਵਾਸਤੇ ਪੜ੍ਹਨਾ ਪੈਣਾ, ਮਿਹਨਤ ਲਾਉਣੀ ਪੈਣੀ ਆ। ਓਮ ਬੂਰ ਬੁਬਰ ਸਵਾਹ ਤਸਹ ਬਤੁਰ ਬਰੇ ਨਿਯਮ, ਕੀ ਪਤਾ ਲੱਗਾ ਕੀ ਬੋਲਿਆ ਜੀ। ਬਾਣੀ ਦੀ ਪੰਕਤੀ ਸੁਣ ਲਓ, ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ, ਕਿੰਨੇ ਸੌਖੀ ਗੱਲ ਹੈਗੀ ਜੀ। ਮਹਾਰਾਜ ਗਰੀਬ ਨਵਾਜ ਬਹੁਤ ਸਰਲ ਸੁਖੈਨ ਬਾਣੀ ਉਚਾਰ ਰਹੇ ਨੇ, ਜਿਹੜੀ ਜੀਵਾਂ ਨੂੰ ਸੌਖੀ ਸਮਝ ਆ ਜਾਏ ਜੀ। ਹਾਂਜੀ, ਸ਼੍ਰੀ ਮੁਖ ਤੇ ਜਿਮ ਉਚਰ ਸੁਨਾਵੇ। ਜਿਵੇਂ ਮਹਾਰਾਜ ਗਰੀਬ ਨਵਾਜ ਆਪਣੇ ਮੁਖੋਂ ਉਚਾਰਦੇ ਹਨ। ਹਾਂਜੀ, ਭਾਈ ਲਿਖਤ ਬਾਯੂ ਸਮਝਾਵੇ। ਹੁਣ ਮਹਾਰਾਜ ਤੇ ਇੱਕ ਰਸ ਉਚਾਰਦੇ ਆ ਨੇਤਰ ਬੰਦ ਕਰਕੇ, ਭਾਈ ਗੁਰਦਾਸ ਜੀ ਫਿਰ ਹਵਾ ਵਾਂਗੂ ਹੀ ਲਿਖੀ ਜਾਂਦੇ ਨੇ ਜੀ, ਹਵਾ ਦੀ ਤਰ੍ਹਾਂ ਲਿਖ ਰਹੇ ਨੇ। ਕਿਉਂਕਿ ਸਾਧ ਸੰਗਤ ਜੀ, ਇੰਨਾ ਵੱਡਾ ਕਾਰਜ ਸੀਗਾ, ਫਿਰ ਤੇ ਬੜਾ ਹੀ ਸਮਾਂ ਲੱਗ ਜਾਣਾ ਸੀਗਾ ਜੀ। ਭਾਈ ਗੁਰਦਾਸ ਸਾਹਿਬ ਜੀ ਤੇ ਮਹਾਰਾਜ ਨੇ ਕਿਰਪਾ ਕੀਤੀ, ਜਿਵੇਂ ਹਵਾ ਚੱਲਦੀ ਹੈ ਨਾ, ਉਵੇਂ ਫਿਰ ਭਾਈ ਗੁਰਦਾਸ ਜੀ ਦੀ ਕਲਮ ਚੱਲਦੀ ਹੈ ਜੀ। ਹਾਂਜੀ, ਤੂਰਨ ਲਿਖਹਿ ਅਟਕ ਨਹਿ ਪਰੈ। ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਭਾਈ ਗੁਰਦਾਸ ਜੀ ਤੁਰੰਤ ਹੀ ਲਿਖੀ ਜਾਂਦੇ, ਤੁਰੰਤ ਹੀ ਲਿਖੀ ਜਾਂਦੇ ਆ, ਅਟਕ ਨਹੀਂ ਪੈਂਦੇ ਕਿਸੇ ਵੀ ਚੀਜ਼ ਦੀ। ਹਾਂਜੀ, ਥੋੜੇ ਕਾਲ ਕਾਜ ਬਹੁ ਕਰੈ। ਕਹਿਣ ਲੱਗੇ ਥੋੜੇ ਸਮੇਂ ਵਿੱਚ ਬਹੁਤਾ ਕਾਰਜ ਹੋ ਜਾਂਦਾ ਸੀਗਾ, ਥੋੜੇ ਸਮੇਂ 'ਚ ਬਹੁਤੀ ਬਾਣੀ ਮਹਾਰਾਜ ਨੇ ਲਿਖਾਉਣੀ। ਹੁਣ ਧਿਆਨ ਨਾਲ ਸੁਣਿਓ ਸਾਧ ਸੰਗਤ ਜੀ, ਤੁਸੀਂ ਅੰਦਾਜ਼ਾ ਲਾਓ, ਭਾਈ ਗੁਰਦਾਸ ਜੀ ਦਾ ਤੇ ਸਰੀਰ ਹੀ ਮਹਾਰਾਜ ਵਰਤ ਰਹੇ ਹੈ, ਲਿਖਾ ਤੇ ਆਪ ਹੀ ਰਹੇ ਨੇ ਨਾ, ਆਪ ਹੀ ਲਿਖਣਹਾਰ ਹੋ ਕੇ ਲਿਖ ਰਹੇ ਨੇ। ਭਾਈ ਗੁਰਦਾਸ ਜੀ ਦਾ ਸਰੀਰ ਹੀ ਵਰਤ ਰਹੇ ਨੇ ਮਹਾਰਾਜ। ਆਸ਼ੈ ਸ਼ਬਦਨ ਕੋ ਜਬ ਜਾਣੈ। ਭਾਈ ਗੁਰਦਾਸ ਜੀ ਜਦੋਂ ਸ਼ਬਦਾਂ ਦਾ ਆਸ਼ਾ ਤਤ ਭਾਵ ਸਮਝ ਜਾਂਦੇ ਜੀ। ਹਾਂਜੀ, ਨਾਹੇ ਤਾਂ ਗੁਰ ਕੋ ਬੂਝਨ ਠਾਨੈ। ਸੁਖੈਨ ਲਿਖੀ ਜਾਂਦੇ ਆ, ਤੇ ਸਾਧ ਸੰਗਤ ਜਦੋਂ ਪਤਾ ਨਹੀਂ ਲੱਗਦਾ, ਕਈ ਵਾਰੀ ਮਹਾਰਾਜ ਕੋਲੋਂ ਪੁੱਛ ਲੈਂਦੇ ਨੇ ਜੀ। ਹਾਂਜੀ, ਤਬ ਲਿਖਹਿ ਤਤਕਾਲ ਲਿਖਾਰੀ। ਬਸ ਫਿਰ ਉਸੇ ਸਮੇਂ ਹਵਾ ਦੀ ਨਿਆਈ ਭਾਈ ਗੁਰਦਾਸ ਜੀ ਲਿਖਦੇ ਜੀ, ਹਵਾ ਦੀ ਨਿਆਈ ਜੀ। ਹਾਂਜੀ, ਸ਼੍ਰੀ ਮੁਖ ਤੇ ਸ਼ੁਭ ਜਥਾ ਉਚਾਰੀ। ਗੁਰੂ ਸਾਹਿਬ ਜਿਵੇਂ ਉਚਾਰਦੇ ਆ, ਭਾਈ ਗੁਰਦਾਸ ਜੀ ਹਵਾ ਦੀ ਤਰ੍ਹਾਂ ਲਿਖੀ ਜਾਂਦੇ। ਇੱਕ ਹੀ ਸ਼ਬਦ ਲਿਖਣਾ ਹੋਵੇ ਨਾ, ਮੰਨ ਲਓ ਥਿਰ ਘਰ ਬੈਸੋ ਹਰ ਜਨ ਪਿਆਰੇ, ਹੁਣ ਬੋਲ ਤੇ ਦਿੱਤਾ, ਲਿਖਣ ਲਈ ਮਿੰਟ ਚਾਹੀਦਾ ਹੈ ਜੀ ਇੱਕ ਜੀ, ਚਲੋ ਅੱਧਾ ਮਿੰਟ ਚਾਹੀਦਾ, ਬੋਲਣ ਲੱਗਿਆਂ ਤੇ ਸਕਿੰਟ ਲੱਗਾ ਜੀ। ਮਹਾਰਾਜ ਜੇ ਉਚਾਰਨ ਲੱਗਿਆਂ ਸਕਿੰਟ ਲਾਉਂਦੇ ਆ ਨਾ, ਭਾਈ ਗੁਰਦਾਸ ਜੀ ਨੂੰ ਲਿਖਣ ਲੱਗਿਆਂ ਵੀ ਸਕਿੰਟ ਹੀ ਲੱਗਦਾ ਹੈ ਜੀ ਫਿਰ ਜੀ। ਉਂਝ ਬੋਲਦਿਆਂ ਛੇਤੀ ਬੋਲਿਆ ਜਾਂਦਾ, ਲਿਖਣ ਲੱਗਿਆਂ ਸਮਾਂ ਲੱਗਦਾ, ਪਰ ਭਾਈ ਗੁਰਦਾਸ ਜੀ ਨੂੰ ਲਿਖਣ ਲੱਗਿਆਂ ਸਮਾਂ ਨਹੀਂ ਲੱਗਦਾ। ਇੱਕ ਦਿਨ ਭਾਨ ਆਏ ਮਧਿਆਨਾ। ਇੱਕ ਦਿਨ ਸਿਖਰ ਦੁਪਹਿਰੇ ਸੱਚੇ ਪਾਤਸ਼ਾਹ ਗਰੀਬ ਨਵਾਜ ਸ਼੍ਰੀ ਗੁਰ ਗਏ ਸੁਧਾਸਰ ਥਾਨਾ। ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਏ, ਭਾਈ ਗੁਰਦਾਸ ਜੀ ਨੂੰ ਨਾਲ ਲੈ ਗਏ। ਸਿੱਖਾਂ ਸੇਵਕ ਜਿਹੜੇ ਬਾਹਰ ਪਹਿਰੇ ਤੇ ਸਨ, ਉਹਨਾਂ ਨੂੰ ਨਾਲ ਲੈ ਗਏ। ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਨਮਸਕਾਰ ਕੀਤਾ, ਸਿੱਖ ਸੰਗਤਾਂ ਨੂੰ ਦਰਸ਼ਨ ਦਿੱਤੇ। ਦੇ ਦਰਸ਼ਨ ਬਹਰੋਂ ਮੁਰ ਆਏ। ਤੇ ਦਰਸ਼ਨ ਦੇ ਕੇ ਨਾ ਮਹਾਰਾਜ ਛੇਤੀ ਵਾਪਸ ਪਰਤ ਆਏ ਜੀ। ਅੱਗੇ ਤੇ 3.25 ਘੰਟੇ ਮਹਾਰਾਜ ਬੈਠਦੇ, ਦੀਵਾਨ ਸਜਦਾ, ਕੀਰਤਨ ਹੁੰਦਾ, ਪਰ ਮਹਾਰਾਜ ਦਰਸ਼ਨ ਕਰਕੇ ਨਾ ਹਰਿਮੰਦਰ ਸਾਹਿਬ, ਤੇ ਸੰਗਤ ਨੂੰ ਦਰਸ਼ਨ ਦੇ ਕੇ ਛੇਤੀ ਵਾਪਸ ਆ ਗਏ। ਹਾਂਜੀ, ਜਾਮ ਦਿਵਸ ਬੈਠੇ ਹਰ ਖਾਏ। ਤੇ ਸਾਧ ਸੰਗਤ ਜੀ ਇੱਕ ਪੈਰ ਦਿਨ ਮਹਾਰਾਜ ਗਰੀਬ ਨਵਾਜ ਜੀ ਦੀ ਕਿਰਪਾ ਨਾਲ ਰਹਿ ਗਿਆ ਸੀਗਾ ਜੀ, ਭਾਵ ਸ਼ਾਮ ਹੋਣ ਤੇ ਦੇ ਸਮਾਂ ਸੀਗਾ ਜੀ। ਹਾਂਜੀ, 52 ਅੱਖਰੀ ਕਰੀ ਬਨਾਵਨ। ਉਂਝ ਮਹਾਰਾਜ ਰੋਕ ਦਿੰਦੇ ਆ, ਸ਼ਾਮਾਂ ਨੂੰ ਨਹੀਂ ਸੀ ਬਾਣੀ ਲਿਖਦੇ,
ਤੇ ਬਸ ਸ਼ਾਮਾਂ ਹੋਣ ਹੀ ਵਾਲੀਆਂ ਨੇ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਆਓ ਬਾਣੀ ਹੋਰ ਲਿਖਣੀ ਹੈ। ਕਹਿਣ ਲੱਗੇ ਭਾਈ ਗੁਰਦਾਸ ਜੀ ਸਤ ਬਚਨ ਕਰ ਆਏ ਜੀ। ਕਿਉਂ? ਇਹ ਬਾਣੀ ਧੁਰੋਂ ਆਈ ਹੈ, ਤੇ ਕੋਈ ਸਮਾਂ ਥੋੜ੍ਹੀ ਹੈ ਵੀ ਸਵੇਰੇ ਹੀ ਆਉਣੀ ਹੈ ਤੇ ਸ਼ਾਮੀ ਨਹੀਂ ਆਉਣੀ ਜੀ। ਬਾਣੀ ਤੇ ਕਿਸੇ ਸਮੇਂ ਵੀ ਆ ਸਕਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਬਾਣੀ ਉਚਾਰਦੇ ਹੈ, ਜਿਸ ਬਾਣੀ ਦਾ ਨਾਮ ਹੈ 52 ਅੱਖਰੀ। ਹੁਣ ਇਹਨੂੰ ਧਿਆਨ ਨਾਲ ਸੁਣਿਓ। ਜਿਹੜੇ ਪਾਠ ਕਰਦੇ ਆ ਨਾ ਪ੍ਰੇਮੀ, ਉਹਨਾਂ ਨੂੰ ਪਤਾ ਹੈ ਸੁਖਮਨੀ ਸਾਹਿਬ ਤੋਂ ਪਹਿਲਾਂ ਇਹ ਬਾਣੀ ਆਉਂਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੀ। ਗੱਜ ਕੇ ਆਖੋ ਵਾਹਿਗੁਰੂ। ਇਹਦਾ ਭਾਵ ਪਤਾ ਕੀ ਹੈ ਕਿ ਮਹਾਰਾਜ 200 ਅੰਗ ਤੋਂ ਵੱਧ ਅੰਗ ਲਿਖ ਦਿੱਤੇ ਨੇ ਬਾਣੀ ਦੇ ਜੀ। ਭਾਈ ਗੁਰਦਾਸ ਜੀ ਬੈਠ ਗਏ, ਮਹਾਰਾਜ 52 ਅੱਖਰੀ ਉਚਾਰਦੇ ਜੀ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ। ਇਹ ਪਹਿਲੀ ਪੰਕਤੀ ਹੈ ਜੀ। ਹਾਂਜੀ। ਉਚਰਤ ਮੁਖ ਤੇ ਹੇਤ ਲਿਖਾਵਨ। ਹਜੂਰ ਮਹਾਰਾਜ ਬਾਣੀ ਲਿਖਾਉਣ ਵਾਸਤੇ ਉਚਾਰਨ ਕਰਦੇ ਆ ਬਾਣੀ। ਹਾਂਜੀ। ਆਦ ਅੰਤ ਧਰ ਏਕ ਸ਼ਲੋਕ। ਕਹਿਣ ਲੱਗੇ ਜਿਹੜਾ ਸ਼ਲੋਕ ਆਰੰਭਤਾ ਤੇ ਮਹਾਰਾਜ ਨੇ ਉਚਾਰਿਆ, ਉਹੋ ਹੀ ਸ਼ਲੋਕ ਸੰਪੂਰਨਤਾ ਤੇ ਉਚਾਰਿਆ 52 ਅੱਖਰੀ ਦਾ। ਹੁਣ ਅਸੀਂ ਸ਼ੌਕੀਨ ਨਹੀਂ ਹੈ, ਸਾਨੂੰ ਸ਼ੌਂਕ ਨਹੀਂ ਹੈ ਵੀ 52 ਅੱਖਰੀ ਬਾਣੀ ਦਾ ਨਾਮ ਸੁਣਿਆ ਪੜ੍ਹ ਕੇ ਵੇਖ ਲਈਏ ਵੀ ਕਿਹੋ ਜਿਹੀ ਬਾਣੀ ਹੈ। ਬਸ ਇਹ ਹੈ ਵੀ ਕਥਾ ਹੋ ਰਹੀ ਹੈ, ਠੀਕ ਹੈ, ਹੋ ਰਹੀ ਹੈ, ਪੜ੍ਹ ਕੇ ਵੇਖਿਓ। ਮਹਾਰਾਜ ਨੇ ਉਹ ਸ਼ਲੋਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ ਆਰੰਭਤਾ ਤੇ ਲਿਖਿਆ। ਜਦੋਂ ਬਾਣੀ ਦੀ ਸੰਪੂਰਨਤਾ ਹੋਈ ਉਦੋਂ ਵੀ ਇਹ ਸ਼ਲੋਕ ਲਿਖਿਆ। ਤੇ ਮਹਾਰਾਜ ਨੇ ਪਤਾ ਕੀ ਲਿਖਿਆ? ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਉਹਦੇ ਤੋਂ ਬਾਅਦ ਲਿਖਿਆ ਇਹ ਸ਼ਲੋਕ ਆਦ ਅੰਤ ਪੜ੍ਹਨਾ। ਗੱਜ ਕੇ ਆਖੋ ਵਾਹਿਗੁਰੂ। ਸੁਖਮਨੀ ਸਾਹਿਬ ਤੋਂ ਪਹਿਲਾਂ ਹੈ ਜੀ। ਇਹਦਾ ਭਾਵ ਇਹ ਹੈ ਵੀ ਇਹ ਜਿਹੜਾ ਸ਼ਲੋਕ ਹੈ ਆਰੰਭਤਾ ਤੇ ਵੀ ਪੜ੍ਹਨਾ ਹੈ, ਸੰਪੂਰਨਤਾ ਉੱਤੇ ਵੀ ਪੜ੍ਹਨਾ ਹੈ। ਹਾਂਜੀ। ਮਹਿਮਾ ਸਤਿਗੁਰ ਕੀ ਸੁਖ ਓਕ। ਹਜੂਰ ਮਹਾਰਾਜ ਨੇ ਉਸ ਬਾਣੀ ਵਿੱਚ ਸਤਿਗੁਰੂ ਜੀ ਦੀ ਮਹਿਮਾ ਉਚਾਰਨ ਕੀਤੀ ਜੀ। ਗੁਰੂ ਦੀ ਮਹਿਮਾ ਉਚਾਰਨ ਕੀਤੀ, ਰੱਬ ਦੇ ਪਿਆਰਿਆਂ ਦੀ ਮਹਿਮਾ ਉਚਾਰਨ ਕੀਤੀ। ਲਿਖ ਪਠ ਕੈ ਪ੍ਰਸੰਨ ਭਾ ਭਾਈ। ਜਦੋਂ ਭਾਈ ਗੁਰਦਾਸ ਜੀ ਨੇ ਉਹ ਬਾਣੀ ਲਿਖੀ ਨਾ ਜੀ 52 ਅੱਖਰੀ, ਤੇ ਭਾਈ ਗੁਰਦਾਸ ਜੀ 52 ਅੱਖਰੀ ਬਾਣੀ ਲਿਖ ਕੇ ਬੜੇ ਖੁਸ਼ ਹੋਏ ਜੀ। ਕਹਿੰਦੇ ਮਹਾਰਾਜ ਇਹ ਤੇ ਬੜੀ ਵਧੀਆ ਬਾਣੀ ਹੈ। ਵੇਖੋ ਨਾ ਜੀ, ਉਹਨਾਂ ਵਿੱਚ ਕੁਝ ਪੰਕਤੀਆਂ ਮੈਂ ਤੁਹਾਨੂੰ ਸੁਣਾਉਣਾ ਹੈ। ਗੱਜ ਕੇ ਆਖੋ ਮਹਾਰਾਜ ਕਹਿੰਦੇ ਆਇਆ ਸਫਲ ਤਾਹੂ ਕਉ ਗੰਨੀਐ 52 ਅੱਖਰੀ। ਭਾਈ ਇਸ ਸੰਸਾਰ ਵਿੱਚ ਉਹਦਾ ਆਇਆ ਸਫਲਾ ਹੈ, ਜਾਸ ਰਸਨ ਹਰ ਹਰ ਜਸ ਭੰਨੀਐ। ਜਿਹੜਾ ਆਪਣੀ ਜੀਭ ਤੋਂ ਵਾਹਿਗੁਰੂ 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 ਕਹਿੰਦਾ, ਰੱਬ ਦੀਆਂ ਸਿਫਤਾਂ ਕਰਦਾ, ਉਹਦਾ ਆਇਆ ਸਫਲਾ ਹੈ। ਆਖੋ ਵਾਹਿਗੁਰੂ। ਆਇਆ ਸਫਲ ਤਾਹੂ ਕਉ ਗੰਨੀਐ, ਜਾਸ ਰਸਨ ਹਰ ਹਰ ਜਸ ਭੰਨੀਐ। ਆਏ ਬਸਹਿ ਸਾਧੂ ਕੈ ਸੰਗੇ, ਅਨ ਦਿਨ ਨਾਮ ਧਿਆਵਹਿ ਰੰਗੇ। ਆਵਤ ਸੋਜੋ ਨ ਮਹਿਰਾਤਾ, ਜਾਂ ਕੋ ਦਇਆ ਮਇਆ ਵਿਧਾਤਾ। ਇਕ ਹੈ ਆਵਨ ਫਿਰ ਜੋਨ ਨ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਇਹ 52 ਅੱਖਰੀ ਬਾਣੀ ਦੀ ਪੌੜੀ ਹੈ ਜੀ। ਹਾਂਜੀ। ਕਹਿਣ ਲੱਗਿਓ ਬਹੁ ਰੁਚਿਰ ਬਨਾਈ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਇਹ ਤੇ ਬੜੀ ਸੋਹਣੀ ਬਾਣੀ ਉਚਾਰਨ ਕੀਤੀ ਆਪ ਜੀ ਨੇ, ਬੜੀ ਸਰਲ ਸਮਝ ਆ ਜਾਂਦੀ ਹੈ ਜੀ। ਹਾਂਜੀ। ਸੁੰਦਰ ਪਾਠ ਅਰਥ ਜਹ ਰਾਖਾ। ਮਹਾਰਾਜ ਇਹਦੇ ਤੇ ਪਾਠ ਵੀ ਬੜਾ ਸੋਹਣਾ ਹੈ, ਅਰਥ ਵੀ ਬੜੇ ਸੋਹਣੇ ਨੇ ਸੱਚੇ ਪਾਤਸ਼ਾਹ। ਸੁਨ ਸ਼੍ਰੀ ਅਰਜਨ ਪੁਨ ਬਚ ਭਾਖਾ। ਮਹਾਰਾਜ ਫਿਰ ਭਾਈ ਗੁਰਦਾਸ ਜੀ ਨੂੰ 52 ਅੱਖਰੀ ਬਾਣੀ ਦੀ ਮਹਿਮਾ ਦੱਸਦੇ ਆ। ਗੱਜ ਕੇ ਆਖੋ ਵਾਹਿਗੁਰੂ। ਕਿਤੇ ਜਿਹੜੇ ਇਸ ਗੱਲ ਦੇ ਸ਼ੌਕੀਨ ਹੋਣ, ਵੱਧ ਤੋਂ ਵੱਧ ਨਹੀਂ ਜਿਗਿਆਸੂ ਜਿਹੜੇ ਨੇ, ਉਹ ਇਸ ਬਾਣੀ ਨੂੰ ਪੜ੍ਹ ਕੇ ਵੇਖ ਲਿਓ। ਅੱਧਾ ਘੰਟਾ ਲੱਗੇਗਾ ਤੁਹਾਨੂੰ ਜੀ, ਅੱਧੇ ਘੰਟੇ ਤੋਂ ਵੱਧ ਨਹੀਂ ਸਮਾਂ ਲੱਗਦਾ ਜੀ। ਜਿਹਨੂੰ ਚਲੰਤ ਹੈ ਬਾਣੀ ਜੀ।
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਬਾਣੀ ਦਾ ਮਹਾਤਮ ਦੱਸਣ ਲੱਗੇ ਜੀ। ਕਿਹੜੀ ਬਾਣੀ ਉਚਾਰੀ ਹੈ? 52 ਅੱਖਰੀ। ਹਾਂਜੀ। ਸ਼੍ਰੀ ਪਰਮੇਸ਼ਰ ਕੀਰਤ ਠਾਨੀ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਭਾਈ ਗੁਰਦਾਸ ਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਰੱਬ ਦੀ ਸਿਫਤ ਕੀਤੀ ਹੈ। ਹਾਂਜੀ। ਰੋਚਰ ਬੇਭੂਖਨ ਤਿਸ ਗੁਰਬਾਣੀ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਜਿਹੜੀ ਗੁਰਬਾਣੀ ਹੈ ਨਾ, ਇਹ ਰੱਬ ਦਾ ਗਹਿਣਾ ਹੈ, ਗਹਿਣਾ। ਇਹ ਬਾਣੀ ਗੱਜ ਕੇ ਆਖੋ ਵਾਹਿਗੁਰੂ। ਕਈ ਇਹ ਵੀ ਕਹਿੰਦੇ ਆ ਕਿ ਮਹਾਰਾਜ ਨੇ ਮਾਤਾ ਗੰਗਾ ਜੀ ਨੂੰ ਇਹ ਬਾਣੀ ਤੋਹਫੇ ਦੇ ਤੌਰ ਤੇ ਦਿੱਤੀ ਸੀਗੀ ਜੀ। ਇਹ ਵੀ ਸੰਪਰਦਾਵਾਂ ਵਿੱਚ ਪੜ੍ਹਾਇਆ ਜਾਂਦਾ ਹੈ ਸਾਨੂੰ। ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਹਰ ਇੱਕ ਪੁਰਸ਼ ਨੇ ਗਹਿਣਾ ਪਾਇਆ ਹੁੰਦਾ। ਪਹਿਲਾਂ ਪੁਰਸ਼ ਵੀ ਗਹਿਣਾ ਪਾਉਂਦੇ ਸਨ। ਮਹਾਰਾਜ ਕਹਿਣ ਲੱਗੇ ਇਹ ਜਿਹੜੀ ਬਾਣੀ ਹੈ ਨਾ, ਇਹ ਰੱਬ ਦਾ ਗਹਿਣਾ ਹੈ। ਕਹਿਣ ਲੱਗੇ ਪਰਮੇਸ਼ਰ ਦਾ ਗਹਿਣਾ ਹੈ। ਹਾਂਜੀ। ਜੋ ਇਹ 52 ਬਰਨੀ ਬਣੀ। ਮਹਾਰਾਜ ਕਹਿਣ ਲੱਗੇ 52 ਅੱਖਰਾਂ ਦੀ ਬਣੀ ਹੈ, 52 ਅੱਖਰਾਂ ਦੀ ਬਣੀ ਹੈ। ਹਾਂਜੀ। ਸ਼ੁਭਤ ਜਰਾਓ ਹੀਰਨ ਮਨੀ। ਮਹਾਰਾਜ ਕਹਿਣ ਲੱਗੇ ਇੱਕ ਇੱਕ ਅੱਖਰ ਦੇ ਉੱਤੇ ਉਪਦੇਸ਼ ਦਿੱਤਾ ਹੈ। ਊੜੇ ਦੇ ਉੱਤੇ, ਸੱਸੇ ਦੇ ਉੱਤੇ, ਫਿਰ ਹਾਹੇ ਦੇ ਉੱਤੇ, ਹਰ ਅੱਖਰ ਤੇ ਉਪਦੇਸ਼ ਦਿੱਤਾ ਹੈ। ਮਹਾਰਾਜ ਕਹਿਣ ਲੱਗੇ ਇੱਕ ਇੱਕ ਅੱਖਰ ਜਿਹੜਾ ਹੀਰਾ ਲੱਗਾ ਹੋਇਆ ਇਸ ਬਾਣੀ ਵਿੱਚ ਜੀ। ਹੁਣ ਆਪਾਂ ਕਹਾਂਗੇ ਮਹਾਰਾਜ ਸਾਨੂੰ ਤੇ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ, ਗੁਰੂ ਸਾਹਿਬ ਨੂੰ ਇਹਨਾਂ ਗੱਲਾਂ ਦੀ ਕੀਮਤ ਹੈਗੀ ਹੈ। ਹਾਂਜੀ। ਜੇਬ ਜਵਾਹਰ ਜਰਿਓ ਜਰਾਊ। ਮਹਾਰਾਜ ਕਹਿਣ ਲੱਗੇ ਇਸ ਬਾਣੀ ਬੜੀ ਸ਼ੋਭਾ ਵਾਲੀ ਹੈ। ਬੜੇ ਬੜੇ ਕੀਮਤੀ ਬਚਨ ਜਿਹੜੇ ਆ ਨਾ, ਇਹਦੇ ਵਿੱਚ ਰਤਨਾਂ ਵਰਗੇ ਨੇ, ਜਵਾਹਰਾਤ ਵਰਗੇ ਨੇ। ਹਾਂਜੀ। ਤੇ ਜੇਵਰ ਕੇ ਸਮ ਸ਼ਬ ਪਾਊ। ਮਹਾਰਾਜ ਕਹਿਣ ਲੱਗੇ ਇਸ ਕਰਕੇ ਇਹ ਬਾਣੀ ਪਰਮੇਸ਼ਰ ਦਾ ਗਹਿਣੇ ਦੇ ਬਰਾਬਰ ਹੈ, ਪਰਮੇਸ਼ਰ ਦੇ। ਹਾਂਜੀ। ਪਾਠਕ ਭੁਗਤ ਮੁਕਤ ਕੀ ਦਾਤਾ। ਜਿਹੜਾ ਪੜ੍ਹੇਗਾ ਗੱਜ ਕੇ ਆਖੋ ਵਾਹਿਗੁਰੂ। ਗੁਰਬਾਣੀ ਵਿੱਚ ਬਹੁਤ ਕੁਝ ਹੈਗਾ ਜੀ। ਕੁਝ ਬਾਣੀਆਂ ਐਸੀਆਂ ਨੇ ਜਿਨ੍ਹਾਂ ਨੂੰ ਪੜ੍ਹਿਆਂ ਰੁਕੇ ਹੋਏ ਕੰਮ ਬੰਦੇ ਦੇ ਤੁਰ ਪੈਂਦੇ ਨੇ। ਕੁਝ ਬਾਣੀਆਂ ਐਸੀਆਂ ਹਨ ਸਾਧ ਸੰਗਤ ਜੀ, ਜਿਨ੍ਹਾਂ ਨੂੰ ਪੜ੍ਹ ਲਓ ਬੰਦੇ ਦੀ ਰੱਖਿਆ ਹੋਣ ਲੱਗ ਪੈਂਦੀ ਹੈ। ਵੀ ਚੌਪਈ ਸਾਹਿਬ ਕਾਹਦੇ ਲਈ ਹੈ? ਰੱਖਿਆ ਵਾਸਤੇ ਹੈ। ਹਮਰੀ ਕਰੋ ਹਾਥ ਦਾ ਰੱਛਾ। ਕੁਝ ਬਾਣੀਆਂ ਐਸੀਆਂ ਹਨ ਜਿਨ੍ਹਾਂ ਦੇ ਪਾਠ ਕਰ ਲਓ ਧਨ ਪਦਾਰਥ ਬਹੁਤ ਹੁੰਦੇ ਆ ਜੀ, ਮਾਇਆ ਦੀ ਕਮੀ ਨਹੀਂ ਰਹਿੰਦੀ। ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹੈ ਸਾਰਾ ਕੁਝ ਜੀ। ਸਮੁੰਦਰ ਹੈ ਨਾ ਇਹ, ਤੇ ਸਮੁੰਦਰ 'ਚ ਕੇਵਲ ਪਾਣੀ ਤੇ ਨਹੀਂ ਹੁੰਦਾ, ਸਮੁੰਦਰ ਵਿੱਚ ਬਹੁਤ ਕੁਝ ਹੁੰਦਾ ਹੈ ਜੀ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ, ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਮਹਾਰਾਜ ਕਹਿਣ ਲੱਗੇ ਇਹਦੇ ਵਿੱਚ ਬੜੇ ਪਦਾਰਥ ਨੇ, ਬੜੇ ਰਤਨ ਨੇ। ਜਿਹੜਾ ਬਾਣੀ ਪੜ੍ਹੇਗਾ ਉਹਨੂੰ ਪਤਾ ਲੱਗਣਗੇ, ਉਹਨੂੰ ਮਿਲਣਗੇ ਇਹ ਰਤਨ ਜੀ। ਹਲਤ ਪਲਤ ਸੁਖ ਜਿਨ ਰਸ ਜਾਤਾ। ਉਹਨੂੰ ਮਿਲਣਗੇ। ਤੇ ਮਹਾਰਾਜ ਫਿਰ ਇਸ ਬਾਣੀ ਦਾ ਮਹਾਤਮ ਦੱਸਦੇ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ, ਜਿਹੜਾ ਇਹ ਬਾਣੀ ਪੜ੍ਹੇਗਾ ਉਹਨੂੰ ਭੁਗਤੀ ਮਿਲੇਗੀ। ਭੁਗਤੀ ਕੀ ਹੁੰਦਾ? 3 ਸ਼ਬਦ ਗੁਰਬਾਣੀ ਚ ਆਉਂਦੇ, ਮੁਕਤ, ਭੁਗਤ, ਜੁਗਤ। ਭੁਗਤ ਕੀ ਹੈ? ਆ ਸਭ ਭੁਗਤੀਆਂ ਹੀ ਵਰਤ ਰਹੇ ਆਪਾਂ। ਭੁਗਤੀ ਹੁੰਦੀ ਹੈ ਪਦਾਰਥ, ਚੀਜ਼ਾਂ, ਵਸਤੂਆਂ। ਘਰ 'ਚ ਗੱਡੀ ਲੱਗੀ ਹੈ, ਮਕਾਨ ਵਧੀਆ ਬਣਿਆ, ਕਿਸੇ ਚੀਜ਼ ਦੀ ਕਮੀ ਨਹੀਂ ਹੈ, ਇਹ ਭੁਗਤੀ ਹੈ। ਗੁਰੂ ਅਰਜਨ ਦੇਵ ਕਹਿਣ ਲੱਗੇ ਭਾਈ ਗੁਰਦਾਸ ਜੀ, ਜਿਹੜਾ 52 ਅੱਖਰੀ ਪੜ੍ਹੇਗਾ ਉਹਨੂੰ ਭੁਗਤੀ ਦੀ ਕਮੀ ਨਹੀਂ ਆਏਗੀ। ਕਹਿਣ ਲੱਗੇ ਪਦਾਰਥਾਂ ਦੀ ਕਮੀ ਨਹੀਂ ਆਏਗੀ। ਫਿਰ ਮੁਕਤ ਕੀ ਦਾਤਾ, ਮੁਕਤੀ ਵੀ ਦੇਏਗੀ। ਕਹਿਣ ਲੱਗੇ ਇੱਕ ਕੰਮ ਤੇ ਬਾਣੀ ਨੇ ਕਰਨਾ ਹੀ ਕਰਨਾ। ਇਹ ਨਹੀਂ ਵੀ ਇਕੱਲੇ ਪਦਾਰਥ ਦੇਏਗੀ, ਕੋਈ ਸ਼ਬਦ ਪੜ੍ਹ ਲਓ ਮੁਕਤੀ ਦੇਏਗਾ ਹੀ ਦੇਏਗਾ। ਹਾਂਜੀ। ਹਲਤ ਪਲਤ ਸੁਖ ਜਿਨ ਰਸ ਜਾਤਾ। ਮਹਾਰਾਜ ਕਹਿਣ ਲੱਗੇ ਜਿਹੜਾ ਇਸ ਬਾਣੀ ਦਾ ਪਾਠ ਕਰੇਗਾ ਲੋਕ ਤੇ ਪਰਲੋਕ ਦੋਵਾਂ ਥਾਵਾਂ ਤੇ ਭਲਾ ਹੋਏਗਾ। ਮੰਨ ਲਓ ਮਰ ਗਿਆ ਬੰਦਾ ਜੀ, ਹਾਂਜੀ, ਤੇ ਮਰ ਗਿਆ ਤੇ ਉੱਤੇ ਚਲੇ ਗਿਆ, ਉਹ ਕਹਿਣਗੇ ਇਹਨੂੰ ਛੱਡ ਦਿਓ, ਇਹ 52 ਅੱਖਰੀ ਪੜ੍ਹਦਾ ਰੋਜ਼। ਗੱਜ ਕੇ ਆਖੋ
ਹਾਲਤ ਪਲਤ ਵਿੱਚ ਭਲਾ ਹੋਏਗਾ ਉਹਦਾ, ਲੋਕ ਪਰਲੋਕ ਚ ਉਹਦਾ ਭਲਾ ਹੋਏਗਾ। ਹਾਂਜੀ, ਕਹਿਤ ਸੁਨਤ ਬਚ ਇਸੀ ਪ੍ਰਕਾਰੇ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਨੇ 52 ਅੱਖਰੀ ਬਾਣੀ ਦੀ ਮਹਿਮਾ ਕੀਤੀ ਹੈ ਜੀ। ਹਾਂਜੀ, ਭਾਈ ਜਾਮਨੀ ਤਮ ਘਨ ਸਾਰੇ। ਤੇ ਫਿਰ ਬਾਣੀ ਉਚਾਰਦਿਆਂ ਲਿਖਦਿਆਂ ਜਿਹੜਾ ਸਮਾਂ ਲੱਗਾ, ਫਿਰ ਸ਼ਾਮਾਂ ਪੈ ਗਈਆਂ ਜੀ। ਹਾਂਜੀ, ਪੜ੍ਹ ਕੇ ਵੇਖ ਲਿਓ, 52 ਅੱਖਰੀ ਬਾਣੀ ਕੱਢ ਕੇ ਵੇਖ ਲਿਓ। ਇਹਦੀਆਂ ਪੰਗਤੀਆਂ ਨੇ, ਟੂਟੇ ਬੰਧਨ ਜਾ ਸਕੇ, ਹੋਆ ਸਾਧੂ ਸੰਗ, ਜੋ ਰਾਤੇ ਰੰਗ ਏਕ ਕੇ, ਨਾਨਕ ਗੂੜਾ ਰੰਗ। ਗੱਜ ਕੇ ਆਖੋ ਵਾਹਿਗੁਰੂ। ਇਸੇ ਬਾਣੀ ਵਿੱਚ ਹੈਗਾ ਜੀ। ਹਾਂਜੀ, ਹੋਰ ਬੜੇ ਸ਼ਬਦ ਨੇ ਇਸ ਬਾਣੀ ਵਿੱਚ ਆਏ ਜੀ। ਹਾਂਜੀ, ਭਾਈ ਗਇਓ ਆਪਣੇ ਡੇਰੇ। ਤੇ ਉਹ ਸ਼ਾਮਾਂ ਪੈ ਗਈਆਂ, ਭਾਈ ਗੁਰਦਾਸ ਜੀ ਆਪਣੇ ਡੇਰੇ ਚਲੇ ਗਏ ਜੀ। ਹਾਂਜੀ, ਗੁਰੂ ਵਿਚਾਰਨ ਕੀਨ ਵਡੇਰੇ। ਸੱਚੇ ਪਾਤਸ਼ਾਹ ਮਹਾਰਾਜ ਬੈਠ ਗਏ ਤੇ ਵਿਚਾਰ ਕਰਨ ਲੱਗ ਪਏ ਜੀ। ਹਾਂਜੀ, ਜਿਸ ਕੋ ਪਠਹਿ ਸਿੱਖ ਕਰ ਨੇਮ। ਵੀ ਹੁਣ ਐਸੀ ਬਾਣੀ ਉਚਾਰਨੀ ਹੈ ਜਿਹਨੂੰ ਸਿੱਖ ਹਰ ਰੋਜ਼ ਪੜ੍ਹਨਾ। ਹਾਂਜੀ, ਹੁਣ ਨਾ ਝੋਲੀਆਂ ਅੱਡੋ ਸਾਰੇ, ਆਖੋ ਮਹਾਰਾਜ ਹੁਣ ਤੁਸੀਂ ਜਿਹੜੀ ਬਾਣੀ ਉਚਾਰਨ ਲੱਗੇ ਸਾਨੂੰ ਨਿਤਨੇਮ ਵੀ ਦੇ ਦਿਓ ਉਹਦਾ ਜੀ। ਕਈ ਉਹ ਬਾਣੀ ਲੰਬੀ ਬੜੀ ਹੈ ਨਾ ਜਿਹੜੀ ਉਚਾਰਨ ਲੱਗੇ ਮਹਾਰਾਜ, ਤੇ ਫਿਰ ਛੱਡ ਦਿੰਦੇ ਵੀ ਛੱਡੋ ਪਰਾਂ, ਸਾਡਾ ਆਪਣਾ ਇਹ ਹਾਲ ਹੈਗਾ ਜੀ। ਹਾਂਜੀ, ਕੰਠ ਕਰੇ ਨਿਤ ਪ੍ਰਤ ਜੁਤ ਪ੍ਰੇਮ। ਮਹਾਰਾਜ ਕਹਿਣ ਲੱਗੇ ਫਿਰ ਸਿੱਖ ਉਹਨੂੰ ਯਾਦ ਕਰੇ ਉਸ ਬਾਣੀ ਨੂੰ, ਐਸੀ ਬਾਣੀ ਉਚਾਰੀਏ। ਹਾਂਜੀ, ਸਰਲ ਬੜੀ ਹੋਵੇ ਉਹ ਬਾਣੀ। ਹਾਂਜੀ, ਜਿਮ ਗੀਤਾ ਸਭ ਸ਼ਾਸਤਰ ਅਨੁਸਾਰ। ਜਿਵੇਂ ਕਹਿੰਦੇ ਆ ਨਾ ਵੀ ਜਿੰਨੇ ਸ਼ਾਸਤਰ ਨੇ ਗੀਤਾ ਸਾਰ ਹੈ, ਇਸੇ ਤਰ੍ਹਾਂ ਸਾਰੀ ਬਾਣੀ ਦਾ ਜਿਹੜਾ ਸਾਰ ਹੈ, ਐਸੀ ਬਾਣੀ ਉਚਾਰੀਏ। ਵੇਦ ਸਾਰ ਤਿਮ ਲਿਹ ਨਿਕਾਰ। ਜਿਵੇਂ ਕਹਿੰਦੇ ਵੇਦਾਂ ਦਾ ਵੀ ਉਹ ਸਾਰ ਹੈ, ਮਹਾਰਾਜ ਕਹਿਣ ਲੱਗੇ ਐਸੀ ਬਾਣੀ ਉਚਾਰੀਏ ਜਿਹੜੀ ਤਤ ਹੋਵੇ। ਤਤ ਹੋਵੇ, ਤਤ ਕਿਹਨੂੰ ਕਹਿੰਦੇ ਆ? ਤਤ ਨਾਮ ਮੱਖਣ ਘਿਓ ਦਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਪਹਿਲਾਂ ਪੱਠੇ ਹੁੰਦੇ ਨੇ, ਫਿਰ ਪਸ਼ੂ ਛਕਦੇ ਆ, ਫਿਰ ਉਹਨਾਂ ਦਾ ਦੁੱਧ ਬਣਦਾ, ਸਮੇਂ ਦੇ ਨਾਲ ਉਸ ਦੁੱਧ ਦਾ ਦਹੀਂ ਵੀ ਬਣਦਾ, ਉਹਨੂੰ ਰਿੜਕਿਆ ਜਾਂਦਾ, ਉਹਦੇ ਵਿੱਚੋਂ ਤੱਤ ਨਿਕਲਦਾ ਮੱਖਣ। ਅੱਗੋਂ ਮੱਖਣ ਦਾ ਤੱਤ ਕੀ ਨਿਕਲਦਾ? ਘਿਓ। ਗੱਜ ਕੇ ਆਖੋ। ਮਹਾਰਾਜ ਕਹਿਣ ਲੱਗੇ ਐਸੀ ਬਾਣੀ ਉਚਾਰੀਏ ਜਿਹੜੀ ਤਾਤੀ ਹੋਵੇ। ਕਹਿਣ ਲੱਗੇ ਹਾਂਜੀ, ਨਰਨ ਉਦਾਹਰਨ ਹਿਤ ਅਸਬਾਨੀ। ਨਰਨਾਂ ਦਾ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਉਚਾਰੀਏ। ਚਾਹੀਏ ਰਚੀ ਮਹਿਦ ਸੁਖ ਦਾਨੀ। ਜਿਹੜੀ ਹੋਵੇ ਸੁੱਖਾਂ ਦੀ ਦਾਤੀ, ਜਿਹਦਾ ਪਾਠ ਕਰਕੇ ਸੁੱਖ ਮਿਲਣ ਸੁੱਖ। ਜਾਮ ਜਾਮਨੀ ਜਾਗੈ ਜਾਵਤ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਅੱਗੇ ਪੜੋ। ਇਹੀ ਵਿਚਾਰ ਕਰਤ ਰਹਿ ਤਾਵਤ। ਪੈਰ ਰਾਤ ਰਹਿੰਦਿਆਂ ਤੱਕ ਜਾਗਦੇ ਹੀ ਰਹੇ ਜੀ। ਉਸ ਦਿਨ ਆਰਾਮ ਨਹੀਂ ਕੀਤਾ ਰਾਤ ਨੂੰ ਜੀ, ਸਾਰੀ ਰਾਤ ਜਾਗਦੇ ਰਹੇ ਤੇ ਵਿਚਾਰ ਕਰਦੇ ਰਹੇ। ਐਸੀ ਬਾਣੀ ਉਚਾਰਨੀ ਜਿਹੜੀ ਸੁੱਖਾਂ ਦੀ ਦਾਤੀ ਹੋਵੇ, ਸੁੱਖਾਂ ਦੀ ਦਾਤੀ ਹੋਵੇ, ਸੁੱਖ ਦੇਣ ਵਾਲੀ ਹੋਵੇ। ਬਹੁਰ ਜਥਾ ਸੁਖ ਸ੍ਰੀ ਗੁਰ ਸੋਏ। ਹਾਂਜੀ, ਜਿਨ ਬਹੁ ਦਾਸਨ ਕੇ ਦੁਖ ਖੋਏ। ਤੇ ਇਹ ਵਿਚਾਰ ਕਰਦਿਆਂ ਕਰਦਿਆਂ ਮਹਾਰਾਜ ਆਰਾਮ ਕਰ ਰਹੇ ਨੇ ਜੀ। ਪਰ ਵਿਚਾਰ ਅੰਦਰ ਇਹੋ ਹੀ ਚੱਲ ਰਹੀ ਹੈ। 3 ਪਹਿਰ ਹੋ ਗਏ ਆ ਰਾਤ ਦੇ, ਇਹੋ ਹੀ ਵਿਚਾਰ ਚੱਲ ਰਹੀ ਹੈ। ਹਾਂਜੀ, ਜਾਮ ਨਿਸਾ ਤੇ ਜਾਗਤ ਸੁਆਮੀ। ਹੁਣ ਵੇਖਿਆ ਮਹਾਰਾਜ ਨੇ ਅੰਮ੍ਰਿਤ ਵੇਲਾ ਹੋ ਗਿਆ, ਮਹਾਰਾਜ ਪਲੰਗੇ ਤੋਂ ਉੱਠ ਖਲੋਤੇ ਜੀ। ਹਾਂਜੀ, ਕਰੀ ਸੋਚ ਸਭ ਅੰਤਰ ਜਾਮੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਪਾਨ ਸੁਚਮ ਕੀਤਾ ਜੀ। ਅਜੇ ਇਸ਼ਨਾਨ ਨਹੀਂ ਕੀਤਾ, ਸੁਚਮਤਾ ਧਾਰਨ ਕੀਤੀ ਜੀ ਸਰੀਰ ਦੀ। ਹਾਂਜੀ, ਦੰਤ ਧਾਵਨੀ ਕੀਨ ਬਨਾਏ। ਫਿਰ ਮਹਾਰਾਜ ਨੇ ਦੰਦਾਂ ਨੂੰ ਦਾਤਣ ਕੀਤੀ ਜੀ, ਧੰਨ ਗੁਰੂ ਅਰਜਨ ਦੇਵ ਜੀ ਨੇ ਜੀ। ਹਾਂਜੀ, ਪੁੰਨ ਗਮਨ ਗੁਰ ਸਹਿਜ ਸੁਭਾਏ। ਫਿਰ ਸਹਿਜ ਸੁਭਾ ਹਰ ਰੋਜ਼ ਦੀ ਤਰ੍ਹਾਂ ਕੁਝ ਸਮਾਂ ਮਹਾਰਾਜ ਟਹਿਲਦੇ ਵੀ ਆ ਜੀ, ਦਾਤਣ ਕਰਕੇ ਟਹਿਲਦੇ ਨੇ ਮਹਾਰਾਜ। ਹਾਂਜੀ, ਤੰਬੂ ਭਾਈ ਕੇ ਤਬ ਆਏ। ਟਹਿਲਦੇ ਟਹਿਲਦੇ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਦੇ ਤੰਬੂ ਲਾਗੇ ਆ ਗਏ ਜੀ, ਜਿੱਥੇ ਭਾਈ ਗੁਰਦਾਸ ਜੀ ਦਾ ਤੰਬੂ ਲੱਗਾ ਜੀ। ਹਾਂਜੀ, ਚੱਲੇ ਤਾਹੇ ਕੋ ਸਾਥ ਰਲਾਏ। ਸੱਚੇ ਪਾਤਸ਼ਾਹ ਮਹਾਰਾਜ ਭਾਈ ਗੁਰਦਾਸ ਜੀ ਨੂੰ ਨਾਲ ਰਲਾ ਕੇ ਤੁਰ ਪਏ ਜੀ।
ਗੱਜ ਕੇ ਆਖੋ। ਵਾਹਿਗੁਰੂ। ਮਹਾਰਾਜ ਨੇ ਆਵਾਜ਼ ਦਿੱਤੀ, ਭਾਈ ਗੁਰਦਾਸ ਜੀ ਬਾਹਰ ਆਓ। ਅੰਮ੍ਰਿਤ ਵੇਲਾ ਸੀਗਾ। ਭਾਈ ਗੁਰਦਾਸ ਜੀ ਬਾਹਰ ਆਏ। ਬਾਹਰ ਵੇਖਦੇ ਗੁਰੂ ਅਰਜਨ ਸਾਹਿਬ ਸਾਹਮਣੇ ਖਲੋਤੇ ਨੇ ਜੀ। ਮਹਾਰਾਜ ਕਹਿੰਦੇ ਆਓ ਕੁਝ ਸਮਾਂ ਟਹਿਲ ਲਈਏ, ਕਹਿਣ ਲੱਗੇ। ਹਾਂਜੀ। ਰਾਮ ਸਰੋਵਰ ਤੀਰਥ ਤੀਰ, ਹਾਂਜੀ। ਕੀਨ ਇਸ਼ਨਾਨ ਗੁਰੂ ਗੰਭੀਰ। ਚਲਦਿਆਂ ਚਲਦਿਆਂ ਕੁਝ ਸਮਾਂ ਟਹਿਲ ਕੇ ਸੱਚੇ ਪਾਤਸ਼ਾਹ ਰਾਮਸਰ ਸਾਹਿਬ ਜੀ ਦੇ ਸਰੋਵਰ ਦੇ ਕੰਢੇ ਆ ਕੇ ਇਸ਼ਨਾਨ ਕੀਤਾ ਉੱਥੇ ਮਹਾਰਾਜ ਨੇ। ਭਾਈ ਗੁਰਦਾਸ ਜੀ ਨੇ ਵੀ ਵੇਖਿਆ, ਮਹਾਰਾਜ ਦੇ ਦਰਸ਼ਨ ਕੀਤੇ। ਹਾਂਜੀ। ਪੁੰਨ ਤਿਹ ਠਾਂ ਗੁਰਦਾਸ ਇਸ਼ਨਾਨਾ। ਫਿਰ ਭਾਈ ਗੁਰਦਾਸ ਜੀ ਨੇ ਵੀ ਇਸ਼ਨਾਨ ਕੀਤਾ ਜੀ। ਹਾਂਜੀ। ਵਸਤਰ ਪਹਿਰ ਕਰ ਥਿਤ ਤਿਸ ਥਾਨਾ। ਮਹਾਰਾਜ ਗਰੀਬ ਨਵਾਜ ਬੈਠ ਗਏ। ਭਾਈ ਗੁਰਦਾਸ ਜੀ ਬੈਠ ਗਏ। ਬੈਠੇ ਕਿੱਥੇ ਉਹ ਸੁਣਿਓ। ਹਾਂਜੀ। ਰਾਮ ਤਾਲ ਕੀ ਕੋਨ ਇਸਾਨ। ਰਾਮਸਰ ਸਾਹਿਬ ਦੇ ਸਰੋਵਰ ਦੇ ਪੂਰਬ ਤੇ ਉੱਤਰ ਦੇ ਵਿਚਕਾਰ ਇੱਕ ਨੁੱਕਰ ਹੈ ਜੀ। ਪੂਰਬ ਤੇ ਉੱਤਰ ਵਾਲਾ ਜਿਹੜਾ ਪਾਸਾ ਹੈ ਨਾ, ਵਿਚਕਾਰ ਇੱਕ ਨੁੱਕਰ ਜਿਹੜੀ ਹੈ। ਹਾਂਜੀ। ਇੱਕ ਬਦਰੀ ਸੁਭ ਖਰੀ ਸਥਾਨ। ਉੱਥੇ ਭਾਗਾਂ ਵਾਲੀ ਬੇਰੀ ਹੈ ਇੱਕ। ਗੱਜ ਕੇ ਆਖੋ। ਅਸਥਾਨ ਬਣਿਆ ਜੀ। ਉੱਥੇ ਅਸਥਾਨ ਬਣਿਆ। ਇੱਕ ਰਾਮਸਰ ਸਾਹਿਬ ਅਸਥਾਨ ਬਣਿਆ, ਇੱਕ ਉਸ ਪਾਸੇ ਵੀ ਅਸਥਾਨ ਬਣਿਆ। ਹਾਂਜੀ। ਕਿਰਪਾ ਸਿੰਧ ਅਵਲੋਕਨ ਕੀਨੇ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਉਸ ਬੇਰੀ ਨੂੰ ਵੇਖਿਆ ਜੀ। ਹਾਂਜੀ। ਤਿਸ ਤਰ ਕੇ ਤਰ ਅਬ ਆਸੀਨੇ। ਉਸ ਰੁੱਖ ਦੇ ਹੇਠਾਂ ਮਹਾਰਾਜ ਸੱਚੇ ਪਾਤਸ਼ਾਹ ਬੈਠ ਗਏ। ਇਹ ਬੇਰੀ ਬੜੇ ਭਾਗਾਂ ਵਾਲੀ ਹੈ। ਹਾਂਜੀ। ਸਨਮੁਖ ਬੈਠ ਗਇਓ ਗੁਰਦਾਸ। ਭਾਈ ਗੁਰਦਾਸ ਜੀ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬੈਠ ਗਏ ਜੀ। ਸ਼੍ਰੀ ਗੁਰੂ ਕੀਨਸ ਬਾਕ ਪ੍ਰਕਾਸ਼। ਤੇ ਮਹਾਰਾਜ ਸੱਚੇ ਪਾਤਸ਼ਾਹ ਨਾ ਭਾਈ ਗੁਰਦਾਸ ਜੀ ਨੂੰ ਬਚਨ ਕਰਨ ਲੱਗਦੇ ਜੀ। ਤੁਹਾਨੂੰ ਸਮਝ ਆ ਗਈ ਹੋਏਗੀ ਕਿਹੜੀ ਬਾਣੀ ਦੀ ਗੱਲ ਹੋ ਰਹੀ ਹੈ ਜੀ। ਹਾਂਜੀ। ਸਮਾਂ ਘੋਰ ਕਲ ਯੁਗ ਕੋ ਆਇਓ। ਸੱਚੇ ਪਾਤਸ਼ਾਹ ਮਹਾਰਾਜ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਭਾਈ ਗੁਰਦਾਸ ਜੀ ਇਸ ਸਮੇਂ ਭਿਆਨਕ ਕਲ ਯੁਗ ਦਾ ਸਮਾਂ, ਭਿਆਨਕ ਜੀ। ਗੱਜ ਕੇ ਆਖੋ। ਵਾਹਿਗੁਰੂ। ਕਲ ਯੁਗ ਦੇ ਸਮੇਂ ਦਾ ਅੰਦਾਜ਼ਾ ਇੱਥੋਂ ਲਾ ਲਓ ਜੀ। ਇੱਥੇ ਆਪਾਂ ਬੈਠੇ ਹਾਂ, ਬਾਣੀ ਦਾ ਪ੍ਰਭਾਵ ਹੈ ਜੀ। ਬਾਹਰ ਨਿਕਲੀਏ, ਗੁਰਦੁਆਰਿਓਂ ਬਾਹਰ ਹੋ ਜਾਈਏ, ਸੜਕ 'ਚ ਚੱਲ ਜਾਈਏ, ਕੋਈ ਬਿਰਲਾ ਬੰਦਾ ਹੋਏਗਾ ਜਿਹਦੇ ਦੇ ਮਨ ਤੇ ਬਾਣੀ ਦਾ ਪ੍ਰਭਾਵ ਪਏਗਾ। ਬਾਹਰ ਨਿਕਲਦੇ ਆ ਸਾਰੀ ਸਾਧ ਸੰਗਤ ਜੀ ਗੱਲਾਂ ਬਾਤਾਂ ਸ਼ੁਰੂ, ਕਲਯੁਗ ਦਾ ਪ੍ਰਭਾਵ ਸ਼ੁਰੂ ਹੋ ਜਾਂਦਾ ਜੀ। ਬੜੇ ਬੜੇ ਧਾਰਮਿਕ ਪੁਰਸ਼ਾਂ ਦੇ ਮਨ ਮੈਲੇ ਹੋਏ ਪਏ ਜੀ। ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਕਲਯੁਗ ਦਾ ਬਹੁਤ ਭਿਆਨਕ ਸਮਾਂ ਚੱਲ ਰਿਹਾ, ਬਹੁਤ ਭਿਆਨਕ ਸਮਾਂ। ਹਾਂਜੀ। ਕਟਕ ਬਿਕਾਰਨ ਕੋ ਜਗ ਛਾਇਓ। ਮਹਾਰਾਜ ਕਹਿਣ ਲੱਗੇ ਜਗ ਵਿੱਚ ਵਿਕਾਰਾਂ ਦੀ ਸੈਨਾ ਹੀ ਆਈ ਹੋਈ ਹੈ। ਕਹਿਣ ਲੱਗੇ ਕੌਣ ਕਹਿ ਰਿਹਾ ਜੀ? ਗੁਰੂ ਅਰਜਨ ਦੇਵ ਜੀ ਕਹਿ ਰਹੇ। ਗੱਜ ਕੇ ਆਖੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ। ਗੱਜ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਵਿਕਾਰਾਂ ਦੀ ਸੈਨਾ ਆਈ ਹੋਈ ਹੈ ਬਾਹਰ ਕਲਯੁਗ ਵਿੱਚ। ਕਹਿਣ ਲੱਗੇ ਅੱਗੇ 5 ਸੀਗੇ, ਹੁਣ ਤੇ ਬੜੇ ਹੀ ਨੇ ਜੀ। ਹਾਂਜੀ। ਤਿੰਨ ਕੋ ਪਾਏ ਪਾਪ ਨਰ ਕਰੀ। ਹੁਣ ਉਸ ਸੈਨਾ ਦੇ ਅਧੀਨ ਹੋ ਜਾਂਦਾ ਬੰਦਾ ਤੇ ਜ਼ਬਰਦਸਤੀ ਪਾਪ ਕਰ ਬੈਠਦਾ। ਮਹਾਰਾਜ ਕਹਿਣ ਲੱਗੇ ਪਾਪ ਹੋ ਜਾਂਦੇ ਬੰਦੇ ਕੋਲੋਂ ਜੀ। ਆਪਾਂ ਜਿੰਨੇ ਬੈਠੇ ਇਮਾਨਦਾਰੀ ਨਾਲ ਦੱਸੀਏ ਜੀ, ਹੋ ਜਾਂਦੇ ਨਾ ਜੀ, ਹੋ ਜਾਂਦੇ ਜੀ। ਹਾਂਜੀ। ਅੰਤ ਕਾਲ ਵਿੱਚ ਨਰਕ ਸੁਪਰਈ। ਪਰ ਮਹਾਰਾਜ ਕਹਿਣ ਲੱਗੇ ਜਦੋਂ ਅਸੀਂ ਅੰਤਮ ਸਮਾਂ ਵੇਖਦੇ ਸਾਨੂੰ ਦੁੱਖ ਹੁੰਦਾ ਹੈ। ਪਾਪਾਂ ਦਾ ਨਤੀਜਾ ਅੰਤਮ ਸਮੇਂ ਬੰਦਾ ਨਰਕਾਂ ਵਿੱਚ ਜਾਂਦਾ ਹੈ। ਹਾਂਜੀ। ਭੋਗ ਮਹਾ ਦੁੱਖ ਸੰਮਤ ਘਨੇ। ਤੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਉੱਥੇ ਬੰਦੇ ਨੂੰ ਬਹੁਤ ਦੁੱਖ ਭੋਗਣੇ ਪੈਂਦੇ। ਹੇ ਵਾਹਿਗੁਰੂ ਨਰਕਾਂ ਦੇ ਬੜੇ ਦੁੱਖ ਪੈੜੇ ਨੇ। ਕਈ ਪੁੱਛਦੇ ਆ ਵੀ ਉੱਥੇ ਤੇ ਆਤਮਾ ਜਾਂਦੀ, ਤੇ ਆਤਮਾ ਨੂੰ ਤੇ ਦੁੱਖ ਨਹੀਂ ਹੁੰਦਾ ਜੀ। ਪੂਰਾ ਦੁੱਖ ਹੁੰਦਾ ਆਤਮਾ ਨੂੰ ਉੱਥੇ ਜੀ। ਮਾੜੇ ਕੰਮਾਂ ਅਨੁਸਾਰ ਸਾੜਿਆ ਵੀ ਜਾਂਦਾ, ਤਾੜਿਆ ਵੀ ਜਾਂਦਾ, ਪੂਰਾ ਦੁੱਖ ਹੁੰਦਾ ਜੀ। ਚੀਰਿਆ ਵੀ ਜਾਂਦਾ ਜੀ। ਮਹਾਰਾਜ ਕਹਿਣ ਲੱਗੇ ਉੱਥੇ ਦੁੱਖ ਬੜੇ ਹੁੰਦੇ ਬੰਦੇ ਨੂੰ। ਹਾਂਜੀ। ਤਹਾਂ ਸਹਾਇਕ ਕੋਈ ਨਾ ਬਨੇ। ਫਿਰ ਉੱਥੇ ਨਰਕਾਂ ਵਿੱਚ ਕਿਸੇ ਨੇ ਸਹਾਇਤਾ ਵੀ ਨਹੀਂ ਕਰਨੀ ਜਾ ਕੇ ਜੀ। ਇਹ ਵੀ ਗੱਲ ਪੱਕੀ ਹੈ ਜੀ। ਹਾਂਜੀ।
ਜਿਨ ਹਿਤ ਪਾਪਨ ਕਰਤ ਅਨੇਕ। ਜਿਨ੍ਹਾਂ ਕਰਕੇ ਬੰਦਾ ਬੜੇ ਪਾਪ ਕਰਦਾ, ਘਰਦਿਆਂ ਕਰਕੇ, ਧੀਆਂ ਪੁੱਤਰਾਂ ਕਰਕੇ। ਹਾਂਜੀ, ਤਿਨ ਮਹਿ ਤਹਾਂ ਨਾ ਪਹੁੰਚਿਓ ਏਕ। ਉੱਥੇ ਇੱਕ ਵੀ ਨਹੀਂ ਪਹੁੰਚਦਾ ਜੀ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ। ਭਾਈ, ਉੱਥੇ ਕੋਈ ਵੀ ਨਹੀਂ ਪਹੁੰਚਦਾ। ਮਹਾਰਾਜ ਕਹਿਣ ਲੱਗੇ ਦੱਸੋ ਕਿਸੇ ਦਾ ਮਾਂ ਪਿਓ ਪਹੁੰਚਿਆ ਹੋਵੇ ਤੇ ਦੱਸ ਦਿਓ ਜੀ, ਗੱਜ ਕੇ ਆਖੋ ਵਾਹਿਗੁਰੂ। ਵੀ ਨਰਕਾਂ ਵਿੱਚ ਉਹਨਾਂ ਕਿਹਾ ਹੋਵੇ ਵੀ ਸਾਡੇ ਮੁੰਡੇ ਦੀ ਤਾੜਨਾ ਨਾ ਕਰਿਓ, ਅਸੀਂ ਆਉਂਦੇ ਆ। ਕੋਈ ਨਹੀਂ ਕਹਿੰਦਾ ਜੀ, ਉੱਥੇ ਪਹੁੰਚ ਹੀ ਨਹੀਂ ਸਕਦਾ ਜੀ ਕੋਈ। ਬਹੁ ਦੂਤਨ ਤੇ ਲਹੈ ਸਜਾਈ। ਮਹਾਰਾਜ ਕਹਿਣ ਲੱਗੇ ਉੱਥੇ ਦਲਾਂ ਦੇ ਦਲ ਬੈਠੇ ਨੇ, ਜਮਦੂਤਾਂ ਦੇ। ਬਾਣੀ 'ਚ ਲਿਖਦੇ ਮਹਾਰਾਜ, ਆਗੈ ਜਮ ਦਲ ਬਿਖਮ ਘਣਾ, ਸ੍ਰੀ ਰਾਮ ਨਾਮਾ ਉਚਰ ਮਨਾ। ਆਖੋ ਵਾਹਿਗੁਰੂ ਵਾਹਿਗੁਰੂ। ਜਮਦੂਤ ਬੈਠੇ ਨੇ। ਮਹਾਰਾਜ ਕਹਿਣ ਲੱਗੇ ਸਜ਼ਾ ਦੇਣ ਲਈ। ਭੋਗ ਪਾਪ ਫਲ ਪੁਰ ਨਿਕਸਾਈ। ਜਿੰਨੇ ਪਾਪ ਕੀਤੇ ਹੁੰਦੇ ਨਰਕਾਂ ਵਿੱਚ ਜਾ ਕੇ ਸਜ਼ਾ ਮਿਲਦੀ ਹੈ। ਥੋੜੀ ਥੋੜੀ ਤੇ ਜਿੰਦਿਆਂ ਜੀ ਵੀ ਮਿਲੀ ਜਾਂਦੀ ਬੰਦੇ ਨੂੰ ਜੀ। ਹਾਂਜੀ, ਸ਼ਿਕਰ ਸੋ ਮਿਲ ਤ੍ਰਿਣ ਮਝਾਰੀ। ਆਏ ਪਰਤ ਦੁਖ ਪਾਵਤ ਭਾਰੀ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਦੱਸਦੇ, ਕਹਿਣ ਲੱਗੇ ਵੇਖੋ ਬੰਦੇ ਦਾ ਜਨਮ ਕਿੱਦਾਂ ਦਾ ਹੁੰਦਾ ਜੀ। ਸਾਰੀ ਖੇਡ ਦੱਸਦੇ, ਪੜ੍ਹਦੇ ਹੋ ਸਾਰਾ। ਅੰਨ ਤ੍ਰਿਣਨ ਮੈਂ ਮਿਲ ਸੋ ਜਾਏ। ਪੁਨ ਦੇਹੀ ਤਿਸ ਕੋ ਮੁਖ ਖਾਏ। ਮਹਾਰਾਜ ਕਹਿਣ ਲੱਗੇ ਖਰਗੋਸ਼ ਸੁੱਕੇ ਘਾਹ ਵਿੱਚ ਜਾ ਕੇ ਵੇਖਦਾ ਮੇਰੇ ਖਾਣ ਯੋਗ ਨਹੀਂ ਹੈਗਾ, ਤੇ ਫਿਰ ਉਹ ਘਾਹ ਜਿਹੜਾ ਹੈ ਨਾ ਹਰਿਆ ਲੱਭਦਾ ਹੈ। ਹਰਿਆ ਘਾਹ ਲੱਭ ਕੇ ਹਰਿਆ ਘਾਹ ਖਾਂਦਾ ਹੈ। ਤੇ ਮਹਾਰਾਜ ਕਹਿਣ ਲੱਗੇ ਫਿਰ ਉਹ ਹਰੇ ਘਾਹ ਨੂੰ ਦੰਦਾਂ ਦੇ ਥਾਂ ਰੱਖ ਕੇ ਨਾ ਜੀ ਚਿੱਥਦਾ ਹੈ, ਘਾਹ ਦੁਖੀ ਹੁੰਦਾ ਹੈ। ਗੱਜ ਕੇ ਆਖੋ, ਉਹ ਘਾਹ ਹੀ ਤਾਂ ਅਸਲ 'ਚ ਮਨੁੱਖ ਹੈਗਾ ਹੈ ਜੀ। ਧਿਆਨ ਨਾਲ ਸਮਝਿਓ ਸਾਰੀ ਗੱਲ ਨੂੰ ਜੀ। ਇਹ ਜੀਵ ਦੀ ਕਹਾਣੀ ਮਹਾਰਾਜ ਨੇ ਲਿਖੀ ਹੈ। ਘਾਹ ਹੀ ਉਹ ਮਨੁੱਖ ਹੈ ਜੀ। ਖਰਗੋਸ਼ ਘਾਹ ਖਾਂਦਾ, ਘਾਹ ਨੂੰ ਦੁੱਖ ਹੁੰਦਾ। ਤੁਸੀਂ ਕਹੋਗੇ ਘਾਹ ਨੂੰ ਕਾਹਦਾ ਦੁੱਖ ਹੁੰਦਾ? ਮਹਾਰਾਜ ਬਾਣੀ 'ਚ ਲਿਖਦੇ ਜਿੰਨੇ ਰੁੱਖ ਨੇ ਇਹ ਵੀ ਜੂਨ ਭੁਗਤ ਰਹੇ ਨੇ ਜੀ। ਹੋਰ ਛੱਡ ਦਿਓ, ਆ ਪੱਥਰ ਨੇ ਨਾ ਜਿਹੜੇ, ਗੁਰੂ ਅਰਜਨ ਸਾਹਿਬ ਬਾਣੀ 'ਚ ਲਿਖਦੇ, ਕਹਿੰਦੇ ਇਹ ਵੀ ਜੂਨ ਭੋਗ ਰਹੇ ਨੇ। ਪੱਥਰ ਵੀ ਜੂਨਾਂ ਭੋਗ ਰਹੇ ਨੇ। ਪਤਾ ਹੀ ਨਹੀਂ ਕਦੋਂ ਟੁੱਟਣਾ ਹੈ, ਕਦੋਂ ਜੂਨ ਤੋਂ ਛੁੱਟੀ ਮਿਲਣੀ ਹੈ ਜੀ। ਵੱਡੇ ਵੱਡੇ ਪਹਾੜ ਜੂਨ ਭੁਗਤ ਰਹੇ ਨੇ। ਇਹਨਾਂ ਦੀ ਜੂਨ ਦੀ ਖਲਾਸੀ ਵੀ ਹੁੰਦੀ ਹੈ ਜਦੋਂ ਪਹਾੜ ਕੱਟੇ ਤੇ ਵੱਢੇ ਜਾਂਦੇ ਆ ਜੀ। ਕਈ ਕੋਟ ਪਾਥਰ ਬਿਰਖ ਨਿਪ ਜਾਏ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰੋੜਾਂ ਹੀ ਪੱਥਰ ਤੇ ਰੁੱਖਾਂ ਦੀਆਂ ਜੂਨਾਂ ਭੋਗ ਰਹੇ ਨੇ ਜਿਨ੍ਹਾਂ ਮਾੜੇ ਕੰਮ ਕੀਤੇ ਜੀ। ਜੂਨਾਂ ਨੇ ਜੀ। ਫਿਰ ਉਹਨਾਂ ਨੂੰ ਦੁੱਖ ਸੁੱਖ ਵੀ ਅਨੁਭਵ ਹੁੰਦਾ ਜੀ। ਰੁੱਖ ਨੂੰ ਪਾਣੀ ਨਾ ਪਾਓ, ਬੂਟੇ ਨੂੰ ਪਾਣੀ ਨਾ ਪਾਓ, ਧੁੱਪੇ ਰੱਖ ਦਿਓ, ਸੜ ਜਾਏਗਾ ਜੀ, ਦੁਖੀ ਹੋਏਗਾ ਜੀ। ਖਾਦ ਥੋੜੀ ਸਖਤ ਪਾ ਦਿਓ, ਰੂੜੀ ਪਾ ਦਿਓ ਰੁੱਖ ਨੂੰ, ਵਾਹਿਗੁਰੂ ਬੂਟੇ ਨੂੰ ਰੂੜੀ ਪਾ ਦਿਓ, ਪਾਣੀ ਨਾ ਪਾਓ, ਪੜਾਸ ਮਾਰ ਮਾਰ ਕੇ ਸਾੜ ਦੇਗੀ ਉਹਨੂੰ, ਉਹ ਬੂਟਾ ਦੁਖੀ ਹੋਏਗਾ ਜੀ। ਔਰ ਕੈਸਾ ਦੁੱਖ ਹੈ ਬੰਦਾ ਆਪਣੀ ਜੀਭ ਤੋਂ ਬੋਲ ਕੇ ਵੀ ਕਿਸੇ ਨੂੰ ਦੱਸ ਨਹੀਂ ਸਕਦਾ ਜੀ। ਮਨੁੱਖਾ ਜੂਨ ਵਿੱਚ ਜੇ ਬੰਦੇ ਨੂੰ ਦੁੱਖ ਵੀ ਹੋਵੇ ਬੰਦਾ ਬੋਲ ਕੇ ਦੂਜੇ ਨੂੰ ਦੱਸਦਾ, ਪਰ ਸਾਧ ਸੰਗਤ ਜੀ ਉਹ ਜਿਹੜਾ ਦੁੱਖ ਹੈ ਬੋਲ ਕੇ ਵੀ ਨਹੀਂ ਦੱਸ ਸਕਦੇ ਜੀ। ਸਾਡੀ ਜ਼ਿੰਦਗੀ 'ਚ ਵੀ ਇੱਕ ਸਮਾਂ ਐਸਾ ਹੁੰਦਾ ਹੈ ਜਦੋਂ ਅਸੀਂ ਦੁਖੀ ਹੁੰਦੇ ਹਾਂ, ਕਿਸੇ ਨੂੰ ਬੋਲ ਕੇ ਨਹੀਂ ਦੱਸ ਸਕਦੇ ਜੀ। ਪਰ ਵਾਹਿਗੁਰੂ ਨੇ ਬੜੀ ਮਿਹਰ ਕੀਤੀ ਹੈ, ਉਹ ਸਮਾਂ ਕਿਹੜੇ ਵੇਲੇ ਲੰਘ ਜਾਂਦਾ ਬੰਦੇ ਨੂੰ ਪਤਾ ਨਹੀਂ ਲੱਗਦਾ। ਉਹ ਸਮਾਂ ਕਿਹੜਾ ਹੈ? ਜਦੋਂ ਅਸੀਂ ਛੋਟੇ ਛੋਟੇ ਬੱਚਿਆਂ ਦੇ ਰੂਪ ਵਿੱਚ ਸਾਂ। ਸਾਲ ਡੇਢ ਸਾਲ ਤੱਕ ਬੱਚਾ ਬੋਲ ਕੇ ਨਹੀਂ ਦੱਸਦਾ। ਉਹਦੇ ਢਿੱਡ ਪੀੜ ਹੋਵੇ, ਉਹਦੇ ਕੋਈ ਦੁੱਖ ਹੋਵੇ, ਖਾਰਸ਼ ਹੋਵੇ, ਭੁੱਖ ਲੱਗੇ, ਰੋ ਸਕਦਾ, ਬੋਲ ਕੇ ਨਹੀਂ ਦੱਸ ਸਕਦਾ। ਸਿਆਣਾ ਅੰਦਾਜ਼ਾ ਲਾ ਲੇਗਾ, ਨਹੀਂ ਤੇ ਮੂਰਖ ਨੂੰ ਉਹ ਵੀ ਨਹੀਂ ਪਤਾ ਲੱਗਣਾ ਜੀ। ਕਿੰਨਾ ਭਿਆਨਕ ਉਹ ਸਮਾਂ ਹੈ, ਦੁੱਖ ਹੈਗਾ, ਬੋਲ ਕੇ ਨਹੀਂ ਦੱਸ ਸਕਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਭਿਆਨਕ ਹੈ ਨਾ ਸਮਾਂ, ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਵਾਹਿਗੁਰੂ ਨੇ ਕਿਹੜੇ ਵੇਲੇ ਉਹ ਸਮਾਂ ਲੰਘ ਗਿਆ ਜੀ।
ਲੰਘੇ ਆਪਾਂ ਸਾਰੇ ਹੀ ਆ ਜੀ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਉਹ ਜਦੋਂ ਘਾਹ ਨੂੰ ਚਿੱਥਦਾ ਉਹਨੂੰ ਦੁੱਖ ਹੁੰਦਾ। ਮਹਾਰਾਜ ਕਹਿਣ ਲੱਗੇ ਉਹ ਪੇਟ 'ਚ ਚਲੇ ਜਾਂਦਾ। ਹਾਂਜੀ। ਦੰਤਨ ਤਰੇ ਕਸ਼ਟ ਕੋ ਪਾਵਹਿ, ਪੁੰਨ ਉਦਰ ਮੈਂ ਜਾਏ ਸਮਾਵੈ। ਮਹਾਰਾਜ ਕਹਿਣ ਲੱਗੇ ਘਾਹ ਦੰਦਾਂ ਦੇ ਥੱਲੇ ਜਾ ਕੇ ਕਸ਼ਟ ਪਾਉਂਦਾ, ਫਿਰ ਪੇਟ 'ਚ ਚਲੇ ਜਾਂਦਾ। ਅਸੀਂ ਅੰਨ ਹੀ ਆ, ਅੰਨ ਖਾਂਦੇ ਆ। ਮੰਨ ਲਓ ਕਣਕ ਖਾਂਦੇ ਆ, ਤੇ ਕਣਕ ਨੂੰ ਕਿੰਨਾ ਦੁੱਖ ਹੁੰਦਾ ਹੈ ਜੀ। ਉਹ ਪਹਿਲਾਂ ਉਹਨੂੰ ਕੱਟਿਆ ਜਾਂਦਾ ਹੈ ਜੀ। ਹਾਂਜੀ। ਫਿਰ ਉਹਨੂੰ ਮਸ਼ੀਨਾਂ 'ਚੋਂ ਪਾ ਕੇ ਕੱਢਿਆ ਜਾਂਦਾ ਹੈ ਜੀ। ਬਰੀਕ ਆਟਾ ਚੱਕੀ 'ਚੋਂ ਲੰਘਣਾ ਪੈਂਦਾ ਹੈ ਜੀ। ਸਾਡਾ ਹੀ ਰੂਪ ਹੈ ਜੀ ਉਹ। ਉਹਦੇ ਤੋਂ ਇਹ ਸਰੀਰ ਬਣਿਆ ਨਾ ਜੀ। ਚੱਕੀ 'ਚੋਂ ਲੰਘਿਆ, ਫਿਰ ਉਹਨੂੰ ਮਾਈਆਂ ਗੁੰਨਦੀਆਂ ਜੀ, ਫਿਰ ਵੀ ਦੁੱਖ ਹੈ। ਫਿਰ ਵੇਲਦੀਆਂ, ਵੇਲਣ ਤੋਂ ਬਾਅਦ ਤਵੇ 'ਤੇ ਉਹਨੂੰ ਸੜਨਾ ਪੈਣਾ, ਸੇਕ ਲੱਗੇਗਾ ਜੀ। ਫਿਰ ਕਿਹੜੀ ਉਹਦੀ ਕਹਾਣੀ ਮੁੱਕ ਗਈ ਜੀ। ਫਿਰ ਉਹਨੂੰ ਦੰਦਾਂ ਥੱਲੇ ਰੱਖ ਕੇ ਚਿੱਥਣਾ ਹੈ ਜੀ। ਚਿੱਥਣ ਤੋਂ ਬਾਅਦ ਗੱਲ ਮੁੱਕ ਜਾਂਦੀ ਜੀ। ਵਿਖਣਾ ਬੰਦ ਹੋ ਜਾਂਦਾ, ਦੁੱਖ ਉਸੇ ਤਰ੍ਹਾਂ ਹੀ ਅੱਗੇ ਖੜੇ ਹੈ ਜੀ। ਉਹ ਪ੍ਰਸ਼ਾਦਾ ਵਿਖਣਾ ਬੰਦ ਹੋ ਜਾਂਦਾ, ਦੁੱਖ ਉਸੇ ਤਰ੍ਹਾਂ ਖੜੇ ਹੈ। ਕਿਵੇਂ? ਪੇਟ 'ਚ ਜਾ ਕੇ ਹੋਰ ਦੁੱਖ ਹੈਗੇ, ਅੰਦਰ ਅੱਗ ਹੈਗੀ ਹੈ ਜੀ, ਜਠਰ ਅਗਨੀ ਹੈਗੀ ਹੈ ਜੀ। ਇਸੇ ਕਰਕੇ ਮਹਾਰਾਜ ਕਹਿੰਦੇ ਨਾ, ਗਰਭ ਅਗਨ ਮਹਿ ਜਿਨਹਿ ਉਬਾਰਿਆ, ਜਿਹਨੇ ਤੈਨੂੰ ਮਾਂ ਦੀ ਕੁੱਖ ਦੀ ਅੱਗ ਵਿੱਚ ਵੀ ਬਚਾਇਆ। ਕਹਿਣ ਲੱਗੇ ਤਹ ਜਠਰਾਗਨ ਤੇ ਤਿਪਤਾਏ, ਉੱਥੇ ਜਠਰ ਅਗਨੀ 'ਚ ਸੜਦਾ। ਕਹਿਣ ਲੱਗੇ ਉਹ ਜੋ ਖਾਦਾ ਸਾਰਾ ਕੁਝ, ਪਹਿਲਾਂ ਦੁੱਖ ਹੋਇਆ ਜੀ, ਉਹਨੂੰ ਚਿੱਥਿਆ ਗਿਆ, ਅੰਦਰ ਗਿਆ, ਹੁਣ ਅੰਦਰ ਵੀ ਉਹ ਦੁੱਖ ਭੋਗ ਰਿਹਾ। ਹਾਂਜੀ। ਪ੍ਰਥਕ ਹੋਏ ਰਸ ਤਹ ਮਿਲ ਜਾਏ। ਫਿਰ ਮਹਾਰਾਜ ਕਹਿਣ ਲੱਗੇ ਪ੍ਰਥਕ ਹੋਏ ਰਸ ਤਹ ਮਿਲ ਜਾਏ। ਗੱਜ ਕੇ ਆਖੋ, ਉੱਥੇ ਉਹਦਾ ਰਸ ਬਣ ਜਾਂਦਾ ਜੀ, ਰਸ ਬਣ ਜਾਂਦਾ। ਜਾਏ ਨਸਾਂ ਮੈਂ ਰੁਦਰ ਬਨੇ ਹੈ, ਉਸੇ ਨੇ ਮਹਾਰਾਜ ਕਹਿਣ ਲੱਗੇ ਖੂਨ ਬਣਨਾ ਜੀ ਅੱਗੇ ਜੀ। ਉਸੇ ਨੇ ਖੂਨ ਬਣਨਾ ਭਾਈ ਗੁਰਦਾਸ ਜੀ। ਹਾਂਜੀ। ਇਮ ਹੀ ਸਪਤ ਧਾਤ ਮੈਂ ਜੈ ਹੈ, 7 ਧਾਤਾਂ ਉਹਦੀਆਂ ਬਣਦੀਆਂ ਨੇ ਜੀ। ਉਹ ਜੋ ਛਕਦੇ ਆ ਜੀ, ਹੱਡੀਆਂ 'ਚ ਵੀ ਜਾਂਦਾ। ਹਾਂਜੀ। ਖੂਨ ਹੈ, ਮਿੱਝ ਹੈ, ਹੱਡੀਆਂ ਨੇ, ਸਰੀਰ ਦਾ ਤੱਤ ਹੈ, 7 ਧਾਤਾਂ ਨੇ ਟੋਟਲ ਜੀ। ਹਾਂਜੀ। ਪੁਨ ਹੈ ਰੇਤ ਸੋ ਮਿਲ ਨਿਕਸਾਵੈ, ਹਾਂਜੀ। ਛਿਦਰ ਜੋਨ ਕੇ ਤਬ ਪ੍ਰਿਸ਼ਵਾਵੈ, ਹਾਂਜੀ। ਗਰਭ ਬਿਖੈ ਦੁਖ ਗਿਨੇ ਨਾ ਜਾਹੀ। ਉਹੋ ਹੀ ਅੰਨ ਮਹਾਰਾਜ ਕਹਿਣ ਲੱਗੇ ਫਿਰ ਸਮਾਂ ਪਾ ਕੇ ਗਰਭ ਜੂਨੀ ਵਿੱਚ ਜਾਂਦਾ ਹੈ। ਗੱਜ ਕੇ ਆਖੋ, ਪਹਿਲਾਂ ਉਹ ਰਸ ਦਾ ਰੂਪ ਬਣਦਾ, ਫਿਰ ਉਹ ਗਰਭ ਜੂਨੀ ਵਿੱਚ ਜਾਂਦਾ ਹੈ। ਹਾਂਜੀ। ਵਿਸ਼ਟਾ ਮੂਤਰ ਮਿਲਿਓ ਬਸ ਤਾਹੀ। ਮਹਾਰਾਜ ਕਹਿਣ ਲੱਗੇ ਉੱਥੇ ਵਿਸ਼ਟਾ ਵਿੱਚ, ਮੂਤਰ ਵਿੱਚ, ਗੰਦੀ ਥਾਂ ਉੱਤੇ ਵਸੰਦੋ ਕੋਹ ਥੜਾ ਥਾਏ, ਮਾੜੀ ਥਾਂ ਤੇ ਜਾ ਕੇ ਵਸਦਾ ਹੈ। ਹਾਂਜੀ। ਜਬ ਨਿਕਸਤ ਪੁਨ ਜੋਨੀ ਦੁਆਰਾ, ਸਮਾਂ ਪਾਉਂਦਾ ਉੱਥੇ ਪੁੱਠਾ ਲਟਕਿਆ ਹੋਇਆ ਬੰਦਾ, ਜਦੋਂ ਉਹਦੇ ਸਰੀਰ ਦੇ ਅੰਗ ਬਣਦੇ ਆ, ਬੜਾ ਦੁੱਖ ਹੁੰਦਾ ਹੈ। 9 ਮਹੀਨੇ ਰਹਿਣਾ ਪੈਂਦਾ ਹੈ। ਗੁਰਬਾਣੀ 10 ਮਹੀਨਿਆਂ ਦਾ ਵੀ ਜ਼ਿਕਰ ਕਰਦੀ ਹੈ। ਉਹ ਦੁੱਖ ਹੈ। ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਜਬ 10 ਮਾਸ ਉਰਦ ਮੁਖ ਰਹਿਤਾ, 100 ਦਿਨ ਕੈਸੇ ਭੂਲਿਆ। ਬੜਾ ਦੁੱਖ ਹੈ ਜੀ। ਗਰਭ ਜੋਨੀ ਦੁੱਖ ਪਾਏਂਦਾ। ਕਿੱਥੋਂ ਕਹਾਣੀ ਸ਼ੁਰੂ ਹੁੰਦੀ ਜੀ? ਅੰਨ ਤੋਂ ਸ਼ੁਰੂ ਹੁੰਦੀ ਜੀ। ਅੰਨ ਪੱਕਦਾ, ਜਾਂਦਾ, ਰਸ ਬਣਦਾ, ਗਰਭ 'ਚ ਜਾਂਦਾ, ਉੱਥੇ ਦੁੱਖ ਪਾਉਂਦਾ। ਫਿਰ ਜਦੋਂ ਜਨਮ ਮਿਲਦਾ ਉਦੋਂ ਵੀ ਦੁੱਖ ਪਾਉਂਦਾ ਹੈ। ਜਨਮ ਲੈਣ ਲੱਗਿਆ ਫਿਰ ਦੁੱਖ ਹੈ। ਮਹਾਰਾਜ ਕਹਿਣ ਲੱਗੇ ਛਿਦਰ ਛੋਟ ਦੁੱਖ ਲਹਿਤ ਅਪਾਰਾ। ਹਜ਼ੂਰ ਮਹਾਰਾਜ ਕਹਿਣ ਲੱਗੇ ਅਪਾਰ ਦੁੱਖ ਹੁੰਦਾ, ਇੰਨਾ ਦੁੱਖ ਹੁੰਦਾ। ਮਹਾਰਾਜ ਕਹਿਣ ਲੱਗੇ ਇਹ ਬਹੁਤ ਦੁੱਖ ਹੁੰਦਾ। ਏਮ ਜਨਮੈ ਤਨ ਪਾਏ ਬਹੋਰੀ। ਇਸ ਤਰੀਕੇ ਨਾਲ ਉਹ ਅੰਨ ਹੈ, ਉਹ ਸਰੀਰ ਰੂਪ ਵਿੱਚ ਆਉਂਦਾ। ਮਹਾਰਾਜ ਉਹ ਸਰੀਰ ਬਣ ਗਿਆ ਉਹਦਾ। ਕਹਿਣ ਲੱਗੇ ਜਨਮ ਹੋ ਗਿਆ ਜੀ। ਮਰਹਿ ਫੇਰ ਕਰ ਕਰ ਅਗ ਘੋਰੀ। ਪਰ ਮਹਾਰਾਜ ਕਹਿਣ ਲੱਗੇ ਸਰੀਰ ਮਿਲਿਆ, ਪਾਪ ਕਰਦਾ ਬੰਦਾ, ਫਿਰ ਜੰਮਦਾ ਮਰਦਾ ਹੀ ਰਹਿੰਦਾ। ਕਿੰਨਾ ਦੁੱਖ ਹੈ।
ਇਹ ਤਾਂ ਹੋ ਗਿਆ ਨੇ ਜਨਮ ਤੋਂ ਪਹਿਲਾਂ ਦੇ ਦੁੱਖ, ਜਨਮ ਸਮੇਂ ਦੁੱਖ, ਜੀਂਦਿਆਂ ਜੀ ਰਹੇ ਤਾਂ ਦੁੱਖ, ਤੇ ਮਰਨ ਤੋਂ ਬਾਅਦ ਫਿਰ ਦੁੱਖ ਜੀ। ਦੁੱਖਾਂ ਦਾ ਛੁਟਕਾਰਾ ਥੋੜੀ ਹੈਗਾ। ਬੱਚਾ ਹੈ, ਬੋਲ ਕੇ ਕਿਸੇ ਨੂੰ ਦੁੱਖ ਨਹੀਂ ਦੱਸ ਸਕਦਾ। ਥੋੜਾ ਵੱਡਾ ਹੋਇਆ, ਸਕੂਲੇ ਪੜ੍ਹਨੇ ਪਾਤਾ, ਉਸਤਾਦਾਂ ਦੀ ਤਾੜਨਾ ਦਾ ਦੁੱਖ ਹੈਗਾ। ਹੋਰ ਵੱਡਾ ਹੋ ਗਿਆ, ਸਾਧ ਸੰਗਤ ਜੀ ਵਿਕਾਰ ਤੰਗ ਕਰਨ ਲੱਗ ਪਏ, ਉਹਨਾਂ ਦਾ ਦੁੱਖ ਹੈਗਾ। ਵਿਕਾਰ ਤੰਗ ਕਰਦੇ, ਉਹਨਾਂ ਦਾ ਦੁੱਖ ਹੈਗਾ ਜੀ। ਈਰਖਾ ਆ ਗਈ, ਉਹਦਾ ਦੁੱਖ ਹੈਗਾ। ਫਿਰ ਵਿਆਹ ਹੋ ਗਿਆ ਜੀ, ਤੇ ਪਤਨੀ ਨਾ ਚੰਗੀ ਮਿਲੇ, ਉਹਦਾ ਦੁੱਖ ਹੈਗਾ ਜੀ। ਨਿਤ ਦੀ ਕਲੇਸ਼ ਹੈ, ਉਹਦਾ ਦੁੱਖ ਹੈਗਾ। ਸੰਤਾਨ ਹੋ ਗਈ ਹੈ, ਸੰਤਾਨ ਚੰਗੀ ਨਾ ਮਿਲੇ, ਉਹਦਾ ਦੁੱਖ ਹੈਗਾ। ਚਲੋ ਸੰਤਾਨ ਚੰਗੀ ਮਿਲ ਜੇ, ਨੌ ਨਾ ਚੰਗੀ ਮਿਲੇ ਤਾਂ ਦੁੱਖ ਹੈਗਾ। ਕਈ ਬੀਬੀਆਂ ਬੜੀਆਂ ਦੁਖੀ ਹੁੰਦੀਆਂ ਨੇ ਨੌ ਤੋਂ, ਕਹਿੰਦੀਆਂ ਬਾਬਾ ਜੀ ਅਸੀਂ ਜਿੰਨੀਆਂ ਦੁਖੀ ਦੱਸ ਨਹੀਂ ਸਕਦੀਆਂ। ਗੱਲ ਕੇ ਆਖੋ, ਨੌਵਾਂ ਤੋਂ ਦੁਖੀ ਹੁੰਦੀਆਂ, ਕਹਿੰਦੀਆਂ ਜਿੰਨਾ ਦੁਖੀ ਅਸੀਂ ਹੈਗੀਆਂ ਨਾ ਦੱਸ ਨਹੀਂ ਸਕਦੀਆਂ ਤੁਹਾਨੂੰ, ਉਹਦਾ ਦੁੱਖ ਹੈਗਾ। ਕੋਈ ਰੋਗ ਆ ਕੇ ਚਿੰਬੜ ਗਿਆ, ਉਹਦਾ ਦੁੱਖ ਹੈਗਾ। ਇਹਨਾਂ ਸਾਰੇ ਦੁੱਖਾਂ ਦਾ ਛੁਟਕਾਰਾ ਇੱਕੋ ਹੀ ਹੈ, ਉਹ ਹੈ ਸ੍ਰੀ ਪਰਮੇਸ਼ਰ ਜੀ ਦਾ ਨਾਮ ਵਾਹਿਗੁਰੂ। ਉਹੋ ਹੀ ਬਚਾ ਸਕਦਾ। ਮਹਾਰਾਜ ਕਹਿਣ ਲੱਗੇ ਕਿੰਨੇ ਦੁੱਖ ਨੇ। ਹਾਂਜੀ, ਤਨਕ ਮਾਤਰ ਸੰਕਟ ਕੇ ਕਹੇ। ਮਹਾਰਾਜ ਗੁਰੂ ਅਰਜਨ ਸਾਹਿਬ ਭਾਈ ਗੁਰਦਾਸ ਜੀ ਨੂੰ ਕਹਿੰਦੇ, ਭਾਈ ਗੁਰਦਾਸ ਜੀ ਮੈਂ ਤਾਂ ਥੋੜੇ ਜਿਹੇ ਦੁੱਖ ਕਹੇ ਹੈ। ਹਾਂਜੀ, ਗਿਣੇ ਨਾ ਜਾਏ ਜਿਤਕ ਇਹ ਲਹੇ। ਜ਼ਿੰਦਗੀ 'ਚ ਜਿੰਨੇ ਦੁੱਖ ਨੇ ਭਾਈ ਗੁਰਦਾਸ ਜੀ ਗਿਣੇ ਹੀ ਨਹੀਂ ਜਾ ਸਕਦੇ, ਗਿਣੇ ਹੀ ਨਹੀਂ ਜਾ ਸਕਦੇ। ਚਿੰਤਾਵਾਂ, ਦੁੱਖ, ਡਿਪਰੈਸ਼ਨ ਗਿਣੇ ਹੀ ਨਹੀਂ ਜਾ ਸਕਦੇ। ਜਾਂ ਤੇ ਰਚ ਹੈ ਏਕ ਅਸ ਬਾਣੀ। ਇਸ ਕਰਕੇ ਮਹਾਰਾਜ ਕਹਿਣ ਲੱਗੇ ਐਸੀ ਬਾਣੀ ਦੀ ਰਚਨਾ ਕਰੀਏ, ਨਿਤ ਜਿਸ ਪਠਤ ਹੋਇ ਅਗ ਹਾਨੀ। ਭਾਈ ਜਿਹਨੂੰ ਸਿੱਖ ਨਿਤ ਪੜਨ। ਹੁਣ ਅੱਜ ਮਹਾਰਾਜ ਕੋ ਅਰਦਾਸ ਕਰੀਏ, ਮਹਾਰਾਜ ਸਾਨੂੰ ਨਿਤਨੇਮ ਦੇ ਦਿਓ, ਨਿਤਨੇਮ ਦੇ ਦਿਓ ਉਸ ਬਾਣੀ ਦਾ। ਐਤਵਾਰ ਵਾਲੀ ਫੌਜ ਵੀ ਹੈਗੀ ਸਾਡੇ ਕੋਲ, ਜਿਹੜੀ ਐਤਵਾਰੀ ਉਹਦਾ ਪਾਠ ਕਰਦੀ ਸੀ। ਚਲੋ ਕਰਦੇ ਤਾਂ ਹੈਗੇ ਨਾ, ਕਰਦੇ ਤਾਂ ਹੈਗੇ, ਪਰ ਵੇਖ ਲਓ ਮਹਾਰਾਜ ਕਹਿੰਦੇ ਜਿਹਨੂੰ ਸਿੱਖ ਨਿਤ ਪੜਨ। ਹਿਰਦੇ ਵਸਾਏ ਕਮਾਵੇ ਜੋਈ। ਜਿਹਨੂੰ ਹਿਰਦੇ 'ਚ ਵਸਾਉਣ, ਜਿਹੜਾ ਉਹਦੀ ਕਮਾਈ ਕਰੇਗਾ। ਹਾਂਜੀ, ਬਾਹਰ ਨਾ ਜਨਮ ਮਰਨ ਤਿਸ ਹੋਈ। ਮਹਾਰਾਜ ਕਹਿਣ ਲੱਗੇ ਉਸ ਬਾਣੀ ਦਾ ਇੰਨਾ ਵੱਡਾ ਪ੍ਰਤਾਪ ਹੋਏਗਾ, ਮੁੜ ਜਨਮ ਮਰਨ ਹੀ ਨਹੀਂ ਹੋਏਗਾ। ਹਾਂਜੀ, ਇਤਿਆਦਿਕ ਬਹੁ ਬਾਕ ਬਿਲਾਸੀ। ਇਸ ਤਰੀਕੇ ਨਾਲ ਮਹਾਰਾਜ ਨੇ ਬੜੇ ਬਚਨ ਕੀਤੇ ਜੀ। ਉਪਕਾਰੀ ਗੁਰ ਕੀਨ ਪ੍ਰਕਾਸ਼ੇ। ਉਪਕਾਰ ਕਰਨ ਵਾਸਤੇ ਮਹਾਰਾਜ ਨੇ ਬਚਨ ਕੀਤੇ। ਇਤਨੇ ਮਹਿ ਪ੍ਰਭਾਤ ਹੋਏ ਆਈ। ਇਹਨੇ ਚਿਰ ਨੂੰ ਚਿੜੀ ਚਮਕੀ ਪਉ ਫੁੱਟੀ, ਵਗਣ ਬਹੁਤ ਤਰ੍ਹਾਂ। ਸਾਧ ਸੰਗਤ ਜੀ ਪ੍ਰਭਾਤ ਹੋਈ, ਦਿਨ ਚੜਿਆ ਜੀ। ਭਇਓ ਪ੍ਰਕਾਸ਼ ਜਿਹੜੀ ਚੌਕਾਈ। ਲਓ ਜੀ, ਪ੍ਰਕਾਸ਼ ਹੋਇਆ ਤੇ ਉਸ ਸਮੇਂ ਚਿੜੀਆਂ ਚੌਕਣ ਲੱਗ ਪਈਆਂ ਜੀ। ਪਹਿਲਾਂ ਦਰਬਾਰ ਸਾਹਿਬ ਬੇਰੀਆਂ ਦੇ ਦਰਸ਼ਨ ਕਰੀਦੇ ਸੀ ਜਦੋਂ, ਤੇ ਪ੍ਰਭਾਤ ਸਮੇਂ ਚਿੜੀਆਂ ਚਹਿਕਦੀਆਂ ਹੁੰਦੀਆਂ ਸੀਗੀਆਂ। ਉਹ ਚਿੜੀਆਂ ਜਿਹੜੀਆਂ ਨੇ ਉਹ ਚਹਿਕਣ ਲੱਗ ਪਈਆਂ। ਉਹ ਚਹਿਕਣ ਨਹੀਂ ਲੱਗ ਪਈਆਂ, ਉਹਨਾਂ ਨੂੰ ਪਤਾ ਹੋ ਗਿਆ ਵੀ ਸਾਡਾ ਨਾਮ ਜਪਣ ਦਾ ਵੇਲਾ ਹੋ ਗਿਆ। ਉਹ ਨਾਮ ਜਪਣ ਲੱਗ ਪਈਆਂ ਜੀ। ਅੱਜ ਕੇ ਆਖੋ ਸੱਚੇ ਪਾਤਸ਼ਾਹ ਬਾਣੀ 'ਚ ਲਿਖਦੇ, ਮਹਾਰਾਜ ਕਹਿੰਦੇ ਅੱਧ ਗੁੱਲਾ ਚਿੜੀ ਕਾ ਚੁਗਣ ਗੈਣ ਚੜੀ ਬਿਲ ਲਾਏ। ਕਹਿਣ ਲੱਗੇ ਅੱਧਾ ਦਾਣਾ ਖਾਂਦੀ ਹੈ, ਅੱਧ ਗੁੱਲਾ ਦਾਣਾ ਚੋਗਾ ਛਕਦੀ ਹੈ, ਤੇ ਫਿਰ ਅਸਮਾਨ 'ਚ ਚੜ ਜਾਂਦੀ ਹੈ, ਉਡਾਰੀਆਂ ਮਾਰਦੀ ਹੈ ਤੇ ਚਹਿਕਦੀ ਹੈ। ਕਹਿੰਦੇ ਚਹਿਕਦੀ ਪਤਾ ਕੀ ਹੈ? ਖਸਮੈ ਭਾਵ ਹੈ ਉਹਾ ਚੰਗੀ ਜੇ ਕਰੇ ਖੁਦਾਏ ਖੁਦਾਏ। ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਉਹ ਖੁਦਾਏ ਖੁਦਾਏ ਕਰਦੀ ਹੈ।
ਤੇ ਬੰਦਾ ਰੱਜ ਕੇ ਪਰੌਂਠੇ ਖਾਂਦਾ ਵੀ ਰੱਜ ਕੇ, ਨਾ ਫਿਰ ਸਰੀਰ ਦਾ ਧਿਆਨ ਰੱਖਦਾ ਜੀ। 7-8 ਆਲੂ ਵਾਲੇ ਪਰੌਂਠੇ ਖਾ ਕੇ ਤੇ ਫਿਰ ਕਹਿੰਦਾ ਜੀ ਹੁਣ ਨੀਂਦ ਆ ਗਈ ਹੈ। ਹਾਂਜੀ, ਤੇ ਮਹਾਰਾਜ ਕਹਿਣ ਲੱਗੇ ਤੇਰੇ ਤੋਂ ਤਾਂ ਚੰਗੀ ਚਿੜੀ ਹੈਗੀ ਹੈ, ਦਾਣਾ ਖਾ ਕੇ ਨਾਮ ਜਪਦੀ, ਵਾਹਿਗੁਰੂ ਵਾਹਿਗੁਰੂ ਜਪਦੀ ਹੈ, ਖੁਦਾ ਖੁਦਾ ਜਪਦੀ, ਤੇਰੇ ਤੋਂ ਚੰਗੀ ਤੇ ਚਿੜੀ ਹੈਗੀ ਹੈ। ਕਿੱਡਾ ਪਹਿਲਵਾਨਾਂ ਵਰਗਾ ਸਰੀਰ ਹੈਗਾ ਜੀ। ਹਾਂਜੀ, ਤੇ ਚਿੜੀ ਵਿਚਾਰੀ ਨਿੱਕੀ ਜਿਹੀ। ਮਹਾਰਾਜ ਕਹਿੰਦੇ ਤੇਰੇ ਤੋਂ ਚੰਗੀ ਚਿੜੀ ਜਿਹੜੀ ਖੁਦਾਏ ਤੇ ਕਰਦੀ ਨਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਸੁੱਖਾਂ ਦੀ ਦਾਤੀ ਬਾਣੀ ਉਚਾਰ ਰਹੇ ਹਨ, ਜਿਹਦਾ ਨਾਮ ਕੀ ਰੱਖਿਆ? ਸੁਖ ਮਨੀ। ਕਿਸੇ ਨੇ ਨਾਗਮਣੀ ਦਾ ਬੜਾ ਜ਼ਿਕਰ ਸੁਣਿਆ, ਕਿਸੇ ਨੇ ਵੇਖੀ ਸੀ ਆਪਣੀ ਜ਼ਿੰਦਗੀ ਚ? ਚਿੰਤਾਮਣੀ ਦਾ ਨਾਮ ਸੁਣਿਆ ਵੀ ਇੱਕ ਮਣੀ ਹੁੰਦੀ ਜਿਹਦੇ ਕੋਲ ਹੋਵੇ ਚਿੰਤਾ ਦੂਰ ਹੋ ਜਾਂਦੀ, ਕਿਸੇ ਨੇ ਦੇਖੀ ਜੀ? ਉਹ ਕਹਿੰਦੇ ਤੁਹਾਨੂੰ ਸੁੱਖਾਂ ਦੀ ਮਣੀ ਦਿੰਦੇ, ਉਹਨੂੰ ਵੇਖੋਗੇ ਜਪੋਗੇ ਸੁੱਖ ਲਿਆ ਕਰੋਗੇ। ਉਹਦਾ ਨਾਮ ਰੱਖਿਆ ਸੁਖ ਮਣੀ। ਸੋ ਉਹ ਬਾਣੀ ਕੱਲ ਉਚਾਰਨਗੇ। ਕੋਸ਼ਿਸ਼ ਕਰਿਓ ਵੱਧ ਤੋਂ ਵੱਧ ਸੰਗਤ ਆਇਓ, ਪਹਿਲਾਂ ਹੀ ਆ ਕੇ ਬੈਠਿਓ ਤੇ ਉਹ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ, ਕਿਵੇਂ ਮਹਾਰਾਜ ਨੇ ਉਹ ਬਾਣੀ ਉਚਾਰੀ, ਉਹ ਆਪਾਂ ਸੁਣਾਂਗੇ। ਤੇ ਮਹਾਰਾਜ ਕਹਿੰਦੇ ਸਿੱਖੋ ਹਰ ਰੋਜ਼ ਹੀ ਪਾਠ ਕਰਿਓ, ਅਰਦਾਸ ਕਰੋ ਮਹਾਰਾਜ ਸਾਨੂੰ ਰੋਜ਼ ਦਾ ਨਿਤਨੇਮ ਦੇ ਦਿਓ ਸੁਖਮਨੀ ਸਾਹਿਬ ਦਾ, ਸਾਡੇ ਤੇ ਕਿਰਪਾ ਕਰ ਦਿਓ। ਲਓ ਪੰਕਤੀ ਪੜੋ, ਖਿਮਾ ਮੰਗੀਏ। ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਗਰੀਬ ਨਵਾਜ ਸਾਡੇ ਤੇ ਮਿਹਰਾਂ ਕਰਨ, ਭੁੱਲਾਂ ਦੀ ਖਿਮਾ ਬਖਸ਼ਿਓ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ